ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਪ ਕਰਦੇ ਹਾਂ ਕਿ ਸਾਰੇ ਲੋਕ ਠੀਕ ਹੋਣਗੇ। ਤਾਂ ਆਪਾਂ ਗੱਲ ਕਰਨੀ ਆ ਕਿ ਜੰਤਰ ਮੰਤਰ 'ਤੇ ਅੱਜ ਕਿਸਾਨੀ ਸੰਸਦ ਚੱਲ ਰਹੀ ਹੈ। ਸੰਸਦ ਦੇ ਅੰਦਰ ਤਾਂ ਸੰਸਦ ਚੱਲ ਹੀ ਰਹੀ ਹੈ। ਉੱਥੇ ਐਮਪੀਜ਼ ਮੈਂਬਰ ਆਫ ਪਾਰਲੀਮੈਂਟਸ ਜਿਹੜੇ ਨੇ ਉਹ ਉੱਥੇ ਬੋਲੇ ਨੇ, ਬਟ ਸਾਡੇ ਕਿਸਾਨ ਦੇਸ਼ ਦੇ ਅੰਨਦਾਤਾ ਸੰਸਦ ਦੇ ਬਾਹਰ, ਸੰਸਦ ਸਟਰੀਟ ਦੇ ਉੱਤੇ ਜੰਤਰ ਮੰਤਰ ਜਿਹੜਾ ਬਣਿਆ ਉੱਥੇ ਸਾਡੇ ਕਿਸਾਨ ਆਪਣੀ ਆਵਾਜ਼ ਬੁਲੰਦ ਕਰਦੇ ਨੇ। ਲਗਾਤਾਰ ਕਿਸਾਨਾਂ ਨੇ ਆਪਣਾ ਇਹ ਸੰਸਦ ਸਟਾਰਟ ਕੀਤੀ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਨੂੰ, ਜਿਹੜੇ ਸਾਡੇ ਕਿਸਾਨੀ ਸੰਘਰਸ਼ ਦੇ ਵਿੱਚ 500 ਤੋਂ ਵੱਧ ਸਾਡੇ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰਣਾਮ ਕੀਤਾ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਸ਼ਾਂਤੀ ਦੇ ਲਈ ਕਾਮਨਾ ਕੀਤੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਜੰਤਰ ਮੰਤਰ ਦੇ ਉੱਤੇ ਕਿਸਾਨੀ ਸੰਸਦ ਸਟਾਰਟ ਕੀਤੀ ਹੈ। ਦੇਸ਼ ਦੇ ਅੰਦਰ ਜਿਹੜੀ ਸੰਸਦ ਹੈ, ਆਪਾਂ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ। ਜਿਹੜੀ ਪਾਰਲੀਮੈਂਟ ਚੱਲ ਰਹੀ ਹੈ ਸਾਡੇ ਭਾਰਤ ਦੇ ਵਿੱਚ, ਭਾਰਤ ਦਾ ਪਾਰਲੀਮੈਂਟ ਹੈ ਜਿਹਦੇ 550 ਲੋਕ ਸਭਾ ਦੇ ਮੈਂਬਰ ਨੇ, ਜਿਨ੍ਹਾਂ ਨੂੰ ਅਸੀਂ ਚੁਣ ਕੇ ਸੰਸਦ ਦੇ ਵਿੱਚ ਭੇਜਦੇ ਹਾਂ। ਤਾਂ 250 ਮੈਂਬਰਸ ਨੇ, 550 ਲੋਕ ਸਭਾ ਦੇ ਨੇ ਐਂਡ 250 ਮੈਂਬਰਸ ਜਿਹੜੇ ਨੇ ਉਹ ਰਾਜ ਸਭਾ ਦੇ ਮੈਂਬਰ ਨੇ। ਅਤੇ 2 ਮੈਂਬਰ ਜਿਹੜੇ ਨੇ ਉਹ ਨੋਮੀਨੇਸ਼ਨ ਦੇ ਹੁੰਦੇ ਨੇ ਲੋਕ ਸਭਾ ਦੇ ਵਿੱਚ। ਇਸ ਪ੍ਰਕਾਰ ਟੋਟਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ 552 ਅਤੇ 250 ਟੋਟਲ ਸੰਸਦ ਦਾ ਇਹ ਹੁੰਦਾ। ਇੱਕ ਰਾਸ਼ਟਰਪਤੀ, ਇਹ ਇਹਨਾਂ ਤਿੰਨਾਂ ਨੂੰ ਮਿਲਾ ਕੇ ਪਾਰਲੀਮੈਂਟ ਕਿਹਾ ਜਾਂਦਾ ਹੈ, ਸੰਸਦ ਕਿਹਾ ਜਾਂਦਾ ਹੈ। ਦੇਸ਼ ਦੇ ਵਿੱਚ ਮਾਨਸੂਨ ਸੈਸ਼ਨ ਜਿਹੜਾ ਹੁਣ ਚੱਲ ਰਿਹਾ, ਮਾਨਸੂਨ ਸੈਸ਼ਨ ਚੱਲ ਰਿਹਾ, ਜਿਹਨੂੰ ਵਿੰਟਰ ਸੈਸ਼ਨ ਚੱਲਦਾ ਹੈ ਇੱਕ, ਅਤੇ ਇੱਕ ਗਰਮੀਆਂ ਦੇ ਵਿੱਚ ਸੈਸ਼ਨ ਚੱਲਦਾ, ਅਤੇ ਇੱਕ ਹੁਣ ਮਾਨਸੂਨ ਸੈਸ਼ਨ ਚੱਲ ਰਿਹਾ, ਜਿਹਦੇ ਵਿੱਚ ਆਉਣ ਵਾਲੇ ਬਿੱਲਾਂ ਬਾਰੇ, ਆਉਣ ਵਾਲੀਆਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ, ਸਰਕਾਰ ਦੀ ਮਨਸ਼ਾ ਹੈ, ਅਤੇ ਉਹਦੇ ਉੱਤੇ ਡਿਸਕਸ ਹੁੰਦਾ ਹੈ। ਅਤੇ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕੀ ਕੀਤਾ, ਉਸ ਕੰਮ ਦਾ ਡਿਸਕਸ਼ਨ ਹੁੰਦਾ ਹੈ। ਬਟ ਤੁਹਾਨੂੰ ਇਹ ਦੱਸ ਦਈਏ ਕਿ ਸੰਸਦ ਦੇ ਅੰਦਰ ਹੀ ਜਦੋਂ ਕੱਲ੍ਹ ਡਿਸਕਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਆਕਸੀਜਨ ਦੀ ਕਮੀ ਦੇ ਨਾਲ ਕੋਈ ਵੀ ਸਾਡੀ ਜਿਹੜੀ ਕਰੋਨਾ ਨਾਲ ਡੈਥ ਨਹੀਂ ਹੋਈ। ਤਾਂ ਫਿਰ ਕਰੋਨਾ ਕੀ ਸੀ? ਫਿਰ ਕੀ ਕਰੋਨਾ ਸੀ, ਇਹ ਸਾਨੂੰ ਸਰਕਾਰ ਸਪਸ਼ਟ ਕਰੇ। ਅਸੀਂ ਆਪਣੇ ਰਿਪਰੈਜੈਂਟੇਟਿਵ ਨੂੰ ਵੀ ਪੁੱਛਾਂਗੇ। ਸਾਡੇ ਰਿਪਰੈਜੈਂਟੇਟਿਵ ਜਿਹੜੇ ਸਾਡੇ ਬਠਿੰਡੇ ਏਰੀਆ ਦੇ ਜਿਹੜੇ ਸਾਡੇ ਰਿਪਰੈਜੈਂਟੇਟਿਵ ਨੇ, ਉਹ ਬੀਬੀ ਹਰਸਿਮਰਤ ਕੌਰ ਬਾਦਲ ਨੇ, ਜਿਹੜੇ ਰਿਜ਼ਾਈਨ ਦੇ ਚੁੱਕੇ ਨੇ। ਆਪਦੇ ਸਾਡੀਆਂ 13 ਸੀਟਾਂ ਨੇ ਪੰਜਾਬ ਦੀਆਂ ਲੋਕ ਸਭਾ ਦੀਆਂ। ਸਾਰੇ ਮੈਂਬਰਾਂ ਨੂੰ ਸੁਚੇਤ ਕਰੋ, ਆਪਦੇ ਮੈਂਬਰਾਂ ਨੂੰ, ਜਿਹੜੇ ਇਲਾਕੇ ਦੇ ਵਿੱਚ ਸਾਡੇ ਮੈਂਬਰ ਨੇ, ਉਹਨਾਂ ਨੂੰ ਕਹੋ ਵੀ ਕਿਸਾਨਾਂ ਦੀਆਂ ਤਖਤੀਆਂ ਲੈ ਕੇ ਤੁਸੀਂ ਸੰਸਦ ਦੇ ਵਿੱਚ ਬੋਲੋ, ਅਤੇ ਜਿਹੜਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਬੋਲ ਰਿਹਾ ਉਹਨਾਂ ਨੂੰ ਆਪਦੇ ਤਰਕਾਂ ਦੇ ਨਾਲ, ਆਪਦੇ ਲੌਜਿਕ ਦੇ ਨਾਲ ਜਵਾਬ ਦਿਓ। ਕਿਉਂਕਿ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਲਗਭਗ 64% ਜਨਸੰਖਿਆ, ਇਹ ਮੇਰੇ ਦੇਸ਼ ਦਾ ਡਾਟਾ ਕਹਿੰਦਾ ਹੈ, 64% ਜਿਹੜੀ ਜਨਸੰਖਿਆ ਹੈ ਉਹ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ। ਖੇਤੀਬਾੜੀ 'ਤੇ ਸਾਡੇ ਖੇਤ ਮਜ਼ਦੂਰ ਵੀ ਹੁੰਦੇ ਨੇ, ਖੇਤ ਕਿਸਾਨ ਵੀ ਨੇ, ਤਾਂ ਹੋਰ ਵੀ ਬਹੁਤ ਤਰ੍ਹਾਂ ਦੀ ਮਸ਼ੀਨਰੀਜ਼ ਯੂਜ਼ ਕਰਦੇ ਨੇ, ਉਹਨਾਂ ਨੂੰ ਕੰਮ ਕਰਨ ਵਾਲੇ ਲੋਕ ਵੀ ਨੇ। ਅਤੇ ਇਸ ਪ੍ਰਕਾਰ ਜਿਹੜੀ 64% ਜਨਸੰਖਿਆ ਨੂੰ ਇਗਨੋਰ ਕਰਕੇ ਜਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ, ਇਹ ਕਿਤੇ ਵੀ ਵਾਜਬ ਨਹੀਂ। ਅਸੀਂ ਇਸ ਚੀਜ਼ ਦਾ ਲਗਾਤਾਰ ਵਿਰੋਧ ਕਰਦੇ ਹਾਂ। ਇਹ ਪਿਛਲੇ ਸਾਲ ਦੀ 5 ਜੂਨ ਨੂੰ ਇਹ ਬਿੱਲ ਪਾਸ ਹੋਏ ਸੀਗੇ, ਆਰਡੀਨੈਂਸ ਦੇ ਰਾਹੀਂ ਪਾਸ ਹੋਈ ਸੀ। ਆਰਡੀਨੈਂਸ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦੀ ਕਿ ਆਰਡੀਨੈਂਸ ਕੀ ਹੁੰਦਾ। ਆਰਡੀਨੈਂਸ ਜਦੋਂ ਐਮਰਜੈਂਸੀ ਦੀ ਸਿਚੁਏਸ਼ਨ ਹੋਵੇ ਜਾਂ ਦੇਸ਼ ਦੇ ਵਿੱਚ ਅਜਿਹੀ ਸਿਚੁਏਸ਼ਨ ਹੋਵੇ ਕਿ ਲੋਕ ਸਭਾ ਦਾ ਕੋਈ ਮੈਂਬਰ ਬਿੱਲ ਨਾ ਲਿਆ ਸਕਦਾ ਹੋਵੇ, ਉਦੋਂ 1, 2, 3 ਆਰਟੀਕਲ ਦੇ ਤਹਿਤ
ਆਰਡੀਨੈਂਸ ਲਿਆ ਜਾਂਦਾ ਹੈ। 1 2 3 123 ਨੰਬਰ ਆਰਟੀਕਲ ਭਾਰਤੀ ਸੰਵਿਧਾਨ ਦਾ 123 ਨੰਬਰ ਆਰਟੀਕਲ ਦੇ ਤਹਿਤ ਇਹ ਆਰਡੀਨੈਂਸ ਲੈ ਕੇ ਆਇਆ ਜਾਂਦਾ ਰਾਸ਼ਟਰਪਤੀ ਦੇ ਥਰੂ। ਡਾਇਰੈਕਟ ਰਾਸ਼ਟਰਪਤੀ ਲੈ ਕੇ ਆਉਂਦੇ ਨੇ, ਉਹਦੇ ਉੱਤੇ ਡਿਸਕਸ਼ਨ ਬਹੁਤ ਘੱਟ ਹੁੰਦਾ ਹੈ ਤੇ ਸਮਝ ਲਿਆ ਜਾਂਦਾ ਹੈ ਕਿ ਐਮਰਜੈਂਸੀ ਦੀ ਸਿਚੁਏਸ਼ਨ ਹੈ ਤੇ ਇਹਦੀ ਨੀਡ ਹੈ। ਤੇ ਇਹ ਜਿਹੜਾ ਸਾਡਾ ਵੀ ਕਿਸਾਨੀ ਜਿਹੜੇ ਬਿੱਲ ਤਿੰਨੇ ਲੈ ਕੇ ਆਉਂਦੇ ਨੇ, ਇਹ ਵੀ ਆਰਡੀਨੈਂਸ ਦੇ ਥਰੂ ਲੈ ਕੇ ਆਉਂਦੇ ਨੇ। ਆਰਡੀਨੈਂਸ ਕਦੇ ਵੀ ਲੋਕਤੰਤਰ ਦੀ ਨਿਸ਼ਾਨੀ ਨਹੀਂ ਹੁੰਦੀ ਜਾਂ ਲੋਕਤੰਤਰ ਲਈ ਚੰਗੀਆਂ ਗੱਲਾਂ ਨਹੀਂ ਹੁੰਦੀਆਂ। ਮੇਰੇ ਦੇਸ਼ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਹੈ। ਜੇ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਹੈ ਤਾਂ ਬਿਨਾਂ ਐਮਰਜੈਂਸੀ ਦੀ ਸਿਚੁਏਸ਼ਨ ਤੋਂ, ਕਰੋਨਾ ਦੇ ਆੜ ਦੇ ਵਿੱਚ ਇਹ ਜਿਹੜੇ ਕਿਸਾਨੀ ਬਿੱਲ ਲਿਆਂਦੇ ਗਏ ਸੀ, ਇਹ ਆਲਰੇਡੀ ਪਹਿਲਾਂ ਹੀ ਇਹ ਲੋਕਤੰਤਰ ਦੇ ਉੱਤੇ ਇੱਕ ਧੱਬਾ ਨੇ। ਕਿਉਂਕਿ ਜਦ ਤੱਕ ਉਹਦਾ ਦੋਨਾਂ ਸਦਨਾਂ ਦੇ ਵਿੱਚ, ਸੰਸਦ ਦੇ 2 ਸਦਨ ਹੁੰਦੇ ਨੇ, ਲੋਕ ਸਭਾ, ਰਾਜ ਸਭਾ, ਦੋਨਾਂ ਸਦਨਾਂ ਦੇ ਵਿੱਚ ਉਹ ਪਾਸ ਨਹੀਂ ਹੋ ਜਾਂਦਾ, ਫਿਰ ਰਾਸ਼ਟਰਪਤੀ ਕੋਲ ਜਾਂਦਾ ਉਹ ਬਿੱਲ, ਫਿਰ ਰਾਸ਼ਟਰਪਤੀ ਉਹਨੂੰ ਪਾਸ ਕਰਕੇ ਮੋਹਰ ਲਗਾਉਂਦਾ ਹੈ। ਉਸ ਤੋਂ ਬਾਅਦ ਉਹ ਕਾਨੂੰਨ ਬਣਦੇ ਨੇ, ਐਕਟ ਬਣਦੇ ਨੇ। ਪਹਿਲਾਂ ਬਿੱਲ ਪੇਸ਼ ਕੀਤੇ ਜਾਂਦੇ ਨੇ, ਬਿੱਲ ਕੋਈ ਮੈਂਬਰ ਆਫ ਪਾਰਲੀਮੈਂਟ ਹੀ ਪੇਸ਼ ਕਰਦਾ ਹੈ, ਉਸ ਤੋਂ ਬਾਅਦ ਡਿਸਕਸ਼ਨ ਹੋ ਕੇ ਤੇ ਉਹ ਦੋਨਾਂ ਇੱਕ ਮੈਜੋਰਟੀ ਨਾਲ, ਇੱਕ ਪੂਰਨ ਮੈਜੋਰਟੀ ਜਿਹਨੂੰ ਕਹਿੰਦੇ ਨੇ 2/3 ਮੈਜੋਰਟੀ ਨਾਲ ਇਹ ਬਿੱਲ ਪਾਸ ਕੀਤੇ ਜਾਂਦੇ ਨੇ। ਤੇ ਸਾਡਾ ਜਿਹੜਾ ਇਹ ਕਿਸਾਨੀ ਜਿਹੜੇ ਬਿੱਲ ਲਿਆਂਦੇ ਗਏ ਨੇ, ਇਹ ਆਰਡੀਨੈਂਸ ਦੇ ਥਰੂ ਲਿਆਂਦੇ ਗਏ ਨੇ। ਸਿੱਧੇ ਰਾਸ਼ਟਰਪਤੀ ਉਹਨਾਂ ਨੂੰ ਲੈ ਕੇ ਆਏ ਨੇ। ਰਾਸ਼ਟਰਪਤੀ, ਸਾਡੇ ਦੇਸ਼ 'ਚ ਕੋਈ ਐਮਰਜੈਂਸੀ ਦੀ ਸਿਚੁਏਸ਼ਨ ਨਹੀਂ ਸੀ। ਕਰੋਨਾ ਜ਼ਰੂਰ ਸੀ, ਕਰੋਨਾ ਦਾ ਢੰਡੋਰਾ ਪਿੱਟ ਕੇ ਜਾਂ ਕਰੋਨਾ ਵਰਗੀ ਸਿਚੁਏਸ਼ਨ ਨੂੰ ਅਸੀਂ ਐਮਰਜੈਂਸੀ ਸਿਚੁਏਸ਼ਨ ਨਹੀਂ ਕਹਾਂਗੇ, ਇਹਦੀ ਵੇਟ ਕੀਤੀ ਜਾ ਸਕਦੀ ਸੀ। ਸੈਸ਼ਨ ਜਿਹੜਾ ਸਟਾਰਟ ਹੁੰਦਾ ਸਾਡਾ ਸਦਨ ਦਾ ਜਾਂ ਸੰਸਦ ਦਾ ਜਾਂ ਪਾਰਲੀਮੈਂਟ ਦਾ, ਉਹਦੇ ਵਿੱਚ ਇਹ ਬਿੱਲ ਲਿਆਂਦੇ ਜਾ ਸਕਦੇ ਸੀ। ਬਟ ਇਹ ਕਰੋਨਾ ਦੀ ਆੜ ਦੇ ਵਿੱਚ ਇਹ ਬਿੱਲ ਸਾਡੇ ਮੱਥੇ ਮੜ ਦਿੱਤੇ ਗਏ। ਇਹ ਸਾਡੀ ਮੌਤ ਦੇ ਵਾਰੰਟ ਨੇ। ਇਹ ਮੈਂ ਵੀ ਕਈ ਵਾਰ ਸਟੇਜ ਤੋਂ ਬੋਲ ਚੁੱਕੀ ਹਾਂ। ਅੱਜ ਫਿਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਸਾਡੀ ਮੌਤ ਦੇ ਵਾਰੰਟ ਲਿਖੇ ਗਏ ਨੇ, ਇਹ ਵਾਪਸ ਕਰਨੇ ਪੈਣੇ ਨੇ ਸਰਕਾਰ ਨੂੰ। ਖੇਤੀ ਦਾ ਪ੍ਰਾਈਵੇਟਾਈਜੇਸ਼ਨ ਕਦੋਂ ਤੋਂ ਸ਼ੁਰੂ ਹੋਇਆ ਹੈ? ਬਾਹਰਲੇ ਦੇਸ਼ਾਂ ਦੇ ਮੁਲਕ ਨੇ ਜਿਹੜੇ, ਜਾਂ ਬਾਹਰਲੇ ਵਿਦੇਸ਼ ਨੇ ਜਾਂ ਬਾਹਰਲੇ ਦੇਸ਼ ਨੇ ਜਿਹੜੇ, ਉਹ ਵੀ ਲਗਾਤਾਰ ਜਿਹੜੇ ਉੱਥੋਂ ਦੇ ਜਿਹੜੇ ਦੱਬੇ ਕੁਚਲੇ ਲੋਕ ਨੇ ਜਾਂ ਘੱਟ ਗਿਣਤੀ ਲੋਕ ਨੇ, ਉਹ ਵੀ ਲਗਾਤਾਰ ਪ੍ਰਾਈਵੇਟਾਈਜੇਸ਼ਨ ਦਾ ਵਿਰੋਧ ਕਰਦੇ ਨੇ। ਸਾਡੀ ਖੇਤੀਬਾੜੀ ਜਿਹਦੇ 'ਤੇ 64% ਜਨਸੰਖਿਆ ਨਿਰਭਰ ਹੋਵੇ, ਉਹਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ ਬਹੁਤ ਗਲਤ ਹੋਏਗਾ। ਇਹਦੇ ਨਤੀਜੇ ਬਹੁਤ ਗਲਤ ਨਿਕਲ ਸਕਦੇ ਨੇ, ਬਹੁਤ ਗਲਤ ਹੀ ਹੋਣਗੇ, ਕਿਉਂਕਿ ਕੰਪਨੀਆਂ ਸਾਡੇ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਉਹਨਾਂ ਤੋਂ ਕੰਮ ਲੈਣਗੀਆਂ ਤੇ ਜ਼ਮੀਨਾਂ ਦੀਆਂ ਮਾਲਕ ਉਹ ਖੁਦ ਬਣਨਗੀਆਂ। ਕਿਉਂਕਿ ਅਸੀਂ 1600 ਦੀ ਉਸ ਕੰਪਨੀ ਦੀ ਐਗਜ਼ਾਮਪਲ ਨਹੀਂ ਭੁੱਲ ਸਕਦੇ, ਜਿਹੜੀ ਈਸਟ ਇੰਡੀਆ ਨਾਮ 'ਤੇ ਸਾਡੇ ਦੇਸ਼ ਦੇ ਵਿੱਚ 1600 ਦੇ ਵਿੱਚ ਐਂਟਰ ਕੀਤੀ ਤੇ 1757 ਪਲਾਸੀ ਦੀ ਲੜਾਈ, 1764 ਬਕਸਰ ਦੀ ਲੜਾਈ, ਇਹਨਾਂ ਲੜਾਈਆਂ ਤੋਂ ਬਾਅਦ ਉਹਨਾਂ ਨੇ ਸਾਡੇ ਦੇਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਉਹ ਇੱਕ ਕੰਪਨੀ ਦੇ ਰੂਪ ਵਿੱਚ, ਵਪਾਰਿਕ ਕੰਪਨੀ ਦੇ ਰੂਪ ਵਿੱਚ ਸਾਡੇ ਦੇਸ਼ ਦੇ ਵਿੱਚ ਸ਼ਾਮਲ ਹੋਈ ਸੀ, ਸਾਡੇ ਦੇਸ਼ ਵਿੱਚ ਆਈ ਸੀ। ਉਸ ਤੋਂ ਬਾਅਦ ਉਹਨੇ ਪ੍ਰਸ਼ਾਸਨਿਕ ਅਧਿਕਾਰ ਆਪਦੇ ਹੱਥਾਂ ਵਿੱਚ ਲਏ ਤੇ ਪ੍ਰਸ਼ਾਸਨਿਕ ਅਧਿਕਾਰ ਤੋਂ ਉਹਨੇ ਕਦੋਂ ਦੇਸ਼ ਨੂੰ ਚਲਾਉਣ ਦੇ, ਸਰਕਾਰ ਦੇ ਆਪਦੇ ਅਧਿਕਾਰ ਆਪਦੇ ਹੱਥਾਂ ਵਿੱਚ ਲੈ ਲਏ, ਸਾਨੂੰ ਪਤਾ ਵੀ ਨਹੀਂ ਲੱਗਿਆ। ਤਾਂ ਅਸੀਂ ਉਸ 150-200 ਸਾਲ ਦੀ ਗੁਲਾਮੀ ਕੱਟੀਏ। ਹੁਣ ਸਾਨੂੰ ਸਾਰਿਆਂ ਨੂੰ ਜਾਗਰੂਕ ਹੋ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਦੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਕਿ ਕਿਵੇਂ ਸਮੇਂ-ਸਮੇਂ 'ਤੇ ਵਿਦੇਸ਼ੀ ਕੰਪਨੀਆਂ ਨੇ ਸਾਡੇ ਦੇਸ਼ ਦੇ ਵਿੱਚ, ਇੱਕ ਵਪਾਰਿਕ ਕੰਪਨੀਆਂ ਨੇ ਸਾਡੇ ਦੇਸ਼ ਦੇ ਵਿੱਚ ਰਾਜ ਕੀਤਾ। ਤੇ ਹੁਣ ਇਹ ਸਾਡੇ ਦੇਸ਼ ਦੀਆਂ ਕੰਪਨੀਆਂ, ਜਿਨ੍ਹਾਂ ਦੇ ਵਿਦੇਸ਼ਾਂ ਦੇ ਵਿੱਚ ਵੀ ਸਟੋਰ ਨੇ, ਜਿਨ੍ਹਾਂ ਦੀਆਂ ਵਿਦੇਸ਼ਾਂ ਦੇ ਵਿੱਚ ਵੀ ਆਪਦੀਆਂ ਪ੍ਰੋਪਰਟੀਜ਼ ਨੇ, ਜਿਹੜੇ ਵਿਦੇਸ਼ ਦੇ ਵਿੱਚ ਵੀ ਇਹ ਇਨਵੈਸਟਮੈਂਟ ਕਰਦੇ ਨੇ, ਇਹ ਕਦੋਂ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰ ਲੈਣਗੇ? ਸਾਡੀਆਂ ਇਹਨਾਂ ਦੀਆਂ ਸਰਕਾਰਾਂ ਨੇ, ਕਿਉਂਕਿ ਮੋਦੀ ਸਰਕਾਰ ਇਹਨਾਂ ਦੀ ਸਰਕਾਰ ਹੈ। ਮੋਦੀ ਸਰਕਾਰ ਨੂੰ ਇਹਨਾਂ ਨੇ ਚੰਦੇ ਦਿੱਤੇ ਨੇ, ਇਹਨਾਂ ਨੇ ਪੈਸੇ ਦੇ ਕੇ ਬਣਵਾਈਏ, ਕਿਉਂਕਿ ਮੋਦੀ ਸਰਕਾਰ 'ਤੇ ਹੋਰਡਿੰਗ 'ਤੇ ਜਾਂ ਜਿੰਨੇ ਵੀ ਖਰਚੇ ਜਿਹੜੇ ਵੀ ਬੋਰਡਾਂ 'ਤੇ ਹੋਏ ਨੇ, ਇਹ ਕੰਪਨੀਆਂ ਨੇ
साडे देश दीयां कॉरपोरेट घराणिਆਂ ने कीते ने। जे कॉरपोरेट घराणिਆਂ ने यह खर्च किया तां ही जे कॉरपोरेट घराणिਆਂ ने खर्च किया तां ही अज कॉरपोरेट घराणे दे थल्ले दबाਅ दे थल्ले साडीआं सरकारां चल रहीआं ने। साडीआं सरकारां नूं भी समझना चाहिदा है कि देश दे विच प्राइवेटाइजेशन हजे मंजूर नहीं देश नूं। मनमोहन सिंह ने यह गल 2009 दे विच कही सी, पार्लीमेंट दे अंदर ये प्रूफ होणगे, कोई भी खोल के देख सकता है कि मेरा देश हजे प्राइवेटाइजेशन लई इन्ना ज़्यादा तैयार नहीं। तो अज भी ये गल है कि भावें ये बिल उन्होंने लियाते सी, भावें कोई भी सरकारां ने चंगा नहीं किया साडे देश दे गरीब तबके दे नाल, साडे देश दे नौजवानां दे नाल, साडे देश दे किसानां दे नाल, साडे देश दे मजदूरां दे नाल। बट कुछ हद तक जदों पार्लीमेंट दे विच डिस्कशन होया सी, उदों मनमोहन यूपीए गवर्नमेंट ने, मनमोहन सिंह दी सरकार ने ये चीज़ कही सी कि भारत हजे प्राइवेटाइजेशन दे लई ज़्यादा तैयार नहीं हैगा। तो ये जे हजे हुण भी साडे देश की उही कंडीशन है। भारत जिहड़ा इहदी 64% जनसंख्या साडी खेती ते निर्भर करती है। एक किताब मैं पढ़ी है, मैं किताबां पढ़ती रहनी उहदे विच यही WTO दियां जो हदायतां ने जां IMF इंटरनेशनल मॉनेटरी फंड, वर्ल्ड बैंक जिन्हां तो असी करजे लैने जां जिन्हां दे करजियां थल्ले साडा देश दबिया होया है, उन्हां दियां हदायतां ने लगातार कि सबसिडी किसानां नूं जिहड़ी दित्ती जांदी है वो घट करके खेती दे विचों मजदूरां नूं किसानां नूं घट करके घटा के इस डिपेंडेंट जनसंख्या नूं किते होर लाउणा है। जे डिपेंडेंट जनसंख्या खेती दे उत्ते जिहड़ी डिपेंडेंट जनसंख्या है ਉਹਦੇ वास्ते तुसी पहला कोई ग्राउंड तैयार नहीं किया, कोई प्लेटफॉर्म तैयार नहीं किया, तो उन्होंने कढ़ के दूसरे ये इन्हां दा किताबां कहिंदियां ने, इन्हां दे डाटे कहिंदे ने कि देश दे विचों खेती दे विचों नौजवानां नूं, वर्किंग क्लास नूं ते मैंबरस नूं कढ़ के डिपेंडेंट जनसंख्या घटाउणी है। जे खेती दे उत्ते डिपेंडेंट जनसंख्या घटाउणी है, उहदे लई ये जरूरी है कि तुसीं इंपलॉयमेंट जनरेशन करो, मानव संसाधन ने जिहड़े उन्होंने स्किल्ड बनाओ पहलां, फिर ही असीं विकास कर सकते हैं। मैं इन्हां सारियां गल्लां मैं तां करदी पई हां कि जे पूरी दुनिया दियां, वर्ल्ड बैंक दियां, IMF दियां ते WTO जिहड़ा कि 1995 दे विच बनदा है, जिहदा मैंबर साडा भारत शुरू तो है, स्टार्टिंग दे उत्तों साडा भारत उहदा मैंबर रहा है, ते इहने हमेशा हदायतां दित्तियां ने अपने मैंबरस देश नूं, अपने मैंबरस देश नूं इहने हदायतां दित्तियां ने किसानां दी सबसिडी खत्म करन दियां ते रोटी दा व्यापार बनाउण दियां, लगातार साडे पेट नूं वेचण दियां, रोटी दियां लगातार रोटी नूं व्यापार बनाउण दियां लगातार हदायतां WTO तो ते वर्ल्ड इकनॉमिक ऑर्डर तो साडे कोले आ रहीआं ने। असीं रोटी नूं व्यापार नहीं बना सकते क्योंकि भारत देश जिहड़ा साडा उहदे विच 40% अजे लोग ने जिहड़े एक टाइम दा भी खाना नहीं खा के सौंदे। गरीबी रेखा तो नीचे ने साडे बहुत सारे लोग, जिहड़े गरीबी रेखा दा मेजरमेंट है कहिंदे ने एक लाइन बनाई हुई है, एक लाइन बनाई हुई है, उहदे उधर ने जिहड़े अपर ने ते जिहड़े इहदे उधर ने ਉਹ निचले ने। साडे इकनॉमिस्ट्स ने जां कौशिक बसु ने भी, होर भी साडे बहुत सारे इकनॉमिस्ट ने जिन्हां ने डाटा पढ़िया ते उन्हां ने उस ਉਹਦੇ उत्ते ही सवाल खड़े किए ने कि जिहड़ी लाइन ये गरीबी नूं मापण दी है उही गलत है, क्योंकि साडे रुपये की वैल्यू डॉलर के रुपये की वैल्यू के हिसाब नाल बहुत फर्क है। इस करके पहला उस रुपये की वैल्यू नूं सेम करना पऊगा
ਤਾਂ ਹੀ ਅਸੀਂ ਗਰੀਬੀ ਨੂੰ ਡਾਲਰਾਂ ਦੇ ਵਿੱਚ ਮਾਪ ਸਕਦੇ ਹਾਂ। ਜੇ ਸਾਡੀ ਆਪਦੀ ਅਸੀਂ ਭਾਰਤ ਦੇਸ਼ ਦੀ ਗੱਲ ਕਰੀਏ, 40% ਮੇਰੇ ਦੇਸ਼ ਦੀ ਜਨਸੰਖਿਆ ਇਹ ਮੇਰੇ ਦੇਸ਼ ਦੀਆਂ ਸਰਕਾਰੀ ਕਿਤਾਬਾਂ ਕਹਿੰਦੀਆਂ ਨੇ। ਇਕਨੋਮਿਕ ਸਰਵੇ ਇੱਕ ਕਿਤਾਬ ਨਿਕਾਲੀ ਜਾਂਦੀ ਹੈ ਜਿਹੜੀ ਕਿ ਭਾਰਤ ਦੇ ਇਕਨੋਮਿਕ ਡਿਪਾਰਟਮੈਂਟ ਦੁਆਰਾ ਨਿਕਾਲੀ ਜਾਂਦੀ ਹੈ। ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਦੇਸ਼ ਦੇ ਵਿੱਚ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਲੋਕ ਨੇ ਭੁੱਖੇ ਸੌਂਦੇ ਨੇ। ਹੰਗਰ ਇੰਡੈਕਸ ਦੇ ਵਿੱਚ ਸਾਡੀ ਪੋਜੀਸ਼ਨ ਲਗਾਤਾਰ ਗਿਰਾਵਟ ਵੱਲ ਵੱਧ ਰਹੀ ਹੈ। ਇੱਕ ਹੰਗਰ ਇੰਡੈਕਸ ਜਰਮਨੀ ਨੇ ਜਾਂ ਕਿਸੇ ਇੱਕ ਸੰਸਥਾ ਨੇ, ਜਰਮਨੀ ਬੇਸਡ ਇੱਕ ਸੰਸਥਾ ਨੇ ਇੱਕ ਇੰਡੈਕਸ ਬਣਾਇਆ ਸੀ, ਉਹ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ। ਉਹਦੇ ਵਿੱਚ ਇਹ ਮਾਪਿਆ ਜਾਂਦਾ ਕਿ ਕਿਹੜੇ ਦੇਸ਼ ਦੇ ਵਿੱਚ ਹੰਗਰੀ ਭੁੱਖੇ ਲੋਕ ਸੌਂਦੇ ਨੇ, ਅਤੇ ਉਹਨੇ ਆਪਣੇ ਡਾਟੇ ਦੇ ਵਿੱਚ ਦੱਸਿਆ ਕਿ ਭਾਰਤ ਦੇ ਆਪਣੀ ਰਿਪੋਰਟ ਦੇ ਵਿੱਚ ਇਹ ਦੱਸਿਆ ਕਿ ਭਾਰਤ ਦੇ ਵਿੱਚ 40% ਲੋਕ ਜਿਹੜੇ ਨੇ ਇੱਕ ਟਾਈਮ ਦਾ ਵੀ ਖਾਣਾ ਉਹਨਾਂ ਨੂੰ ਨਸੀਬ ਨਹੀਂ ਹੁੰਦਾ। ਉਸ ਹੰਗਰ ਇੰਡੈਕਸ ਦੇ ਵਿੱਚ ਉਸ ਰਿਪੋਰਟ ਨੇ ਸਾਨੂੰ ਇਹ ਦੱਸਿਆ ਹੈ। ਸੋ ਇਹ ਗੱਲਾਂ ਬਹੁਤ ਕਰ ਸਕਦੇ ਹਾਂ ਆਪਾਂ ਪਾਰਲੀਮੈਂਟ ਦੇ ਵਿੱਚ ਬੋਲ ਸਕਦੇ ਹਾਂ। ਸਾਡੇ ਕਿਸਾਨਾਂ ਨੇ ਬਾਹਰ ਪਾਰਲੀਮੈਂਟ ਲਾਈ ਹੈ 26 ਤਰੀਕ ਨੂੰ, ਅਸੀਂ ਵੀ ਉੱਥੇ ਜਾ ਕੇ ਉਸ ਦਿਨ ਵੂਮਨਸ ਜਾਣਗੀਆਂ ਅਤੇ ਅਸੀਂ ਵੀ ਆਪਦੀ ਪਾਰਲੀਮੈਂਟ ਲਗਾਵਾਂਗੇ ਅਤੇ ਉੱਥੇ ਇਹਨਾਂ ਸਾਰੇ ਮੁੱਦਿਆਂ 'ਤੇ ਡਿਸਕਸ ਕੀਤੀ ਜਾਏਗੀ। ਹੋਰ ਵੀ ਤੁਹਾਨੂੰ ਜਿਹੜਾ ਲੱਗਦਾ ਹੈ ਕਿ ਜਿਹੜੇ ਮੁੱਦੇ ਸਾਡੇ ਕਿਸਾਨਾਂ ਨਾਲ ਸੰਬੰਧਿਤ ਨੇ, ਕਿਸਾਨਾਂ ਦੇ ਕਰਜ਼ੇ ਨਾਲ ਸੰਬੰਧਿਤ ਨੇ, ਇੱਕ ਗੱਲ ਮੈਂ ਇੱਥੇ ਹੋਰ ਕਹਿਣਾ ਚਾਹੁੰਦੀ ਹਾਂ, 13 ਲੱਖ ਕਰੋੜ ਰੁਪਏ ਦਾ ਕਰਜ਼ਾ ਭਾਰਤੀ ਕਿਸਾਨਾਂ ਦੇ ਸਿਰ 'ਤੇ ਹੈ ਹੁਣ ਵੀ। 13 ਲੱਖ ਕਰੋੜ ਰੁਪਏ ਦਾ ਕਰਜ਼ਾ, ਅਤੇ ਇਹ ਕਰਜ਼ਾ ਜਿਹੜਾ ਇਹ ਕਦੋਂ ਵੀ ਮਾफ़ ਕੀਤਾ ਜਾ ਸਕਦਾ ਹੈ, ਕਿਉਂਕਿ ਸਾਡੇ ਭਾਰਤੀ ਖਜ਼ਾਨੇ ਜਿਹੜੇ ਨੇ ਇਹਨਾਂ ਕੰਪਨੀਆਂ ਨੂੰ ਜੇ ਦਿੱਤੇ ਜਾ ਸਕਦੇ ਨੇ। ਜੇ ਇਹ 15 ਹਜ਼ਾਰ ਕਰੋੜ ਰੁਪਏ ਦੇ ਲੋਨ ਲੈ ਸਕਦੀਆਂ ਨੇ ਕੰਪਨੀਆਂ, ਤਾਂ ਸਾਡੇ ਕਿਸਾਨਾਂ ਦੇ ਕਰਜ਼ੇ ਕਿਉਂ ਨਹੀਂ ਮਾफ़ ਕੀਤੇ ਜਾਂਦੇ। ਅਤੇ ਇਹ ਐਵੇਂ ਦੇ ਕਰਜ਼ੇ ਬਹੁਤ ਸਾਰੇ ਸਰਕਾਰੀ ਮੁਲਾਜ਼ਮਾਂ 'ਤੇ ਨੇ ਅਤੇ ਬਹੁਤ ਸਾਰੇ ਲੋਕਾਂ 'ਤੇ ਨੇ। ਇਹ ਜਿਹੜਾ ਕਰਜ਼ਾ ਹੈ ਦੇਸ਼ ਦੇ ਉੱਤੇ, ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਇਹ 13 ਲੱਖ ਕਰੋੜ ਰੁਪਏ ਦਾ, ਅਤੇ ਇਸ ਕਰਜ਼ੇ ਦੇ ਕਾਰਨ ਜਿਹੜੀਆਂ ਸੁਸਾਈਡਸ ਨੇ ਮੇਰੇ ਦੇਸ਼ ਦੇ ਕਿਸਾਨਾਂ ਦੇ ਵਿੱਚ, ਉਹ ਇਹਦੇ ਕਾਰਨ ਨੇ। ਜਿਹੜਾ ਇਹਨਾਂ ਨੇ ਇੱਕ ਕਮਿਸ਼ਨ ਬਣਾਇਆ ਸੀਗਾ, ਕਮਿਸ਼ਨ ਦਾ ਨਾਂ ਸੀਗਾ ਹੁਣ ਇੱਕ ਇਹਨਾਂ ਨੇ ਕਮਿਸ਼ਨ ਬਣਾਇਆ ਸੀ ਜਿਹਦੀ ਆਪਾਂ ਰੋਜ਼ ਗੱਲ ਕਰਦੇ ਹਾਂ ਸਟੇਜ ਤੋਂ ਵੀ, ਅਤੇ ਹਮੇਸ਼ਾ ਗੱਲ ਕਰਦੇ ਹਾਂ ਕਿ ਉਸ ਕਮਿਸ਼ਨ ਨੇ ਜਿਹੜੀ ਲਾਗਤ ਦੱਸੀ ਸੀ, ਇੱਕ C1 ਲਾਗਤ ਦੱਸੀ ਸੀ, ਕੋਸਟ 1, ਅਤੇ ਇੱਕ ਦੱਸੀ ਸੀ C2 ਲਾਗਤ। C1 ਲਾਗਤ ਦੇ ਵਿੱਚ ਉਹਨੇ ਸਿਰਫ ਮਜ਼ਦੂਰਾਂ ਨੂੰ ਜਿਹੜੇ ਆਪਾਂ ਖੇਤੀ ਦੇ ਵਿੱਚ ਲਾਉਂਦੇ ਹਾਂ ਉਹਨਾਂ ਨੂੰ, ਅਤੇ ਰੇਹਾਂ ਸਪਰੇਹਾਂ ਅਤੇ ਬੀਜਾਂ ਦੇ ਖਰਚੇ ਇਨਕਲੂਡ ਕੀਤੇ ਸੀ। C2 ਦੇ ਵਿੱਚ ਉਹਨਾਂ ਨੇ ਮਸ਼ੀਨਰੀ ਦੀ ਘਿਸਾਵਟ ਨੂੰ ਵੀ ਸ਼ਾਮਲ ਕੀਤਾ ਸੀ, ਅਤੇ ਫੈਮਿਲੀ ਦੇ ਉਹ ਮੈਂਬਰ ਜਿਹੜੇ ਹਮੇਸ਼ਾ ਖੇਤੀ ਦੇ ਵਿੱਚ ਇਨਵੋਲਵ ਰਹਿੰਦੇ ਨੇ, ਇਸ ਤੋਂ ਇਲਾਵਾ ਉਹਨਾਂ ਦਾ ਕੋਈ ਹੋਰ ਬਿਜ਼ਨਸ ਨਹੀਂ ਜਾਂ ਹੋਰ ਕੰਮ ਨਹੀਂ ਕਰਦੇ, ਉਹਨਾਂ ਨੂੰ ਵੀ ਉਹਨਾਂ ਦੀ ਮਜ਼ਦੂਰੀ ਵੀ ਇਨਕਲੂਡ ਕੀਤੀ ਸੀ। C2 ਲਾਗਤ ਤੋਂ ਬਾਅਦ ਵੀ ਉਸ ਕਮਿਸ਼ਨ ਨੇ, ਉਸ ਖੇਤੀਬਾੜੀ ਕਮਿਸ਼ਨ ਨੇ C2 ਲਾਗਤ ਕੋਸਟ C2 ਮਤਲਬ ਕੋਸਟ 2 ਪਲੱਸ 50% ਉੱਪਰ, ਪਲੱਸ 50% ਉੱਪਰ ਕਿਸਾਨਾਂ ਨੂੰ MSP ਦੇਣ ਦੀ ਗੱਲ ਕੀਤੀ ਸੀ। ਬਟ ਅੱਜ ਵੀ ਸਾਨੂੰ C1 ਕੋਸਟ ਦੇ ਹਿਸਾਬ ਨਾਲ ਜਿਹੜੀ ਸਾਡੀ ਫਸਲਾਂ ਦਾ ਰੇਟ ਤੈਅ ਹੁੰਦਾ ਹੈ, ਜਿਹਦੇ ਵਿੱਚ ਨਾ ਤਾਂ ਕੋਈ ਮਸ਼ੀਨਰੀ ਦੀ ਘਿਸਾਵਟ ਦਰਜ ਹੈ, ਜਿਹਦੇ ਵਿੱਚ ਨਾ ਜਿਹੜੇ ਸਾਡੇ ਵਰਗੇ ਕੁੜੀਆਂ ਮੁੰਡੇ ਜਿਹੜੇ ਇਨਵੋਲਵ ਨੇ ਉਹਦੇ ਵਿੱਚ। ਹੁਣ ਸਾਡੀਆਂ ਮਾਤਾਵਾਂ ਸਾਰਾ ਦਿਨ ਖੇਤਾਂ ਦੇ ਵਿੱਚ ਜਿਹੜੇ ਲੱਗੇ ਹੁੰਦੇ ਮਜ਼ਦੂਰ, ਜਾਂ ਖੇਤਾਂ ਦੇ ਵਿੱਚ ਜਿਹੜੇ ਸਾਡੇ ਆਪ ਦੇ ਕੰਮ ਕਰਨ ਵਾਲੇ ਲੱਗੇ ਹੁੰਦੇ, ਉਹਨਾਂ ਲਈ ਚਾਹ ਬਣਾਉਂਦੀਆਂ ਨੇ, ਉਹਨਾਂ ਲਈ ਖਾਣਾ ਬਣਾਉਂਦੀਆਂ ਨੇ, ਸਾਰਾ ਦਿਨ ਉਹਨਾਂ ਦੇ ਕੰਮ ਕਰਦੀਆਂ ਨੇ। ਅਤੇ ਜੇ ਉਹਨਾਂ ਦੀ ਮਜ਼ਦੂਰੀ ਵੀ ਵਿੱਚ ਜੁੜਨੀ ਚਾਹੀਦੀ ਸੀ, ਬਟ ਉਹਨਾਂ ਔਰਤਾਂ ਦੀ ਮਜ਼ਦੂਰੀ ਨੂੰ ਵੀ ਇਗਨੋਰ ਕੀਤਾ ਗਿਆ, ਕਿਉਂਕਿ ਇਹੀ ਮੰਨਿਆ ਜਾਂਦਾ ਕਿ ਔਰਤਾਂ ਸਿਰਫ ਘਰ ਦਾ ਕੰਮ ਕਰਦੀਆਂ ਨੇ। ਹਾਂ, ਔਰਤਾਂ ਘਰ ਦਾ ਕੰਮ ਕਰਦੀਆਂ ਨੇ, ਉਹਦੇ ਨਾਲ ਜੇ ਖੇਤੀ ਦੇ ਉੱਤੇ ਵੀ ਉਹ ਕੰਮ ਕਰਦੀਆਂ ਨੇ, ਖੇਤੀ ਦੇ ਵਿੱਚ ਉਹ ਕੰਮ ਕਰਦੀਆਂ ਨੇ। ਲੋਕ ਸਾਡੇ ਪਿੰਡਾਂ ਦੀਆਂ ਔਰਤਾਂ ਕੀ ਕਰਦੀਆਂ ਨੇ, ਜਲਦੀ 9 ਵਜੇ ਤੱਕ ਖਾਣਾ ਬਣਾ ਕੇ ਅਤੇ ਜਾ ਕੇ ਕਪਾਹ ਚੁਗਣ ਜਾਂਦੀਆਂ ਨੇ, ਤਾਂ ਉਹਨਾਂ ਦੀ ਮਜ਼ਦੂਰੀ ਕੌਣ ਦਊਗਾ ਉਹਨਾਂ ਨੂੰ? ਸਾਡੇ ਘਰ ਦੀਆਂ ਔਰਤਾਂ ਦੀ ਗੱਲ ਕਰਦੀ ਮੈਂ, ਜਿਹੜੀਆਂ ਬਾਹਰ ਦੀਆਂ ਆਉਂਦੀਆਂ ਨੇ ਉਹਨਾਂ ਨਾਲ ਤਾਂ ਆਪਾਂ ਨਿਪਟਦੇ ਹਾਂ, ਉਹਨਾਂ ਨੂੰ ਆਪਾਂ ਹਿਸਾਬ ਕਿਤਾਬ ਦਿੰਦੇ ਹਾਂ।
बट ਜਿਹੜੀਆਂ ਸਾਡੇ ਘਰ ਦੀਆਂ ਔਰਤਾਂ ਖੁਦ ਵੀ ਲੱਗਦੀਆਂ ਨੇ ਨਾਲ, ਉਹਨਾਂ ਦੀ ਮਜ਼ਦੂਰੀ ਕਿਉਂ ਨਹੀਂ ਇਨਕਲੂਡ ਹੁੰਦੀ। ਇਸ ਪ੍ਰਕਾਰ 24 ਕਰੋੜ ਦੇਸ਼ ਦੇ ਵਿੱਚ ਕਿਸਾਨ ਨੇ। ਕਿਸਾਨਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ 'ਤੇ ਮੈਂ ਬਹੁਤ ਕੁਛ ਬੋਲ ਸਕਦੀ ਹਾਂ, ਬਟ ਟਾਈਮ ਦੀ ਕਮੀ ਕਹਿ ਲਓ ਜਾਂ ਕੁਛ ਇਸ ਪ੍ਰਕਾਰ ਦਾ ਕਹਿ ਲਓ ਕਿ ਤੁਸੀਂ ਸੁਣਨ ਲਈ ਵੀ ਰੈਡੀ ਨਹੀਂ ਹੋਣਾ, ਕਿਉਂਕਿ ਜਦੋਂ ਲੰਬਾ ਚਲਾ ਜਾਂਦਾ ਕੁਛ ਵੀ ਤਾਂ ਬੋਰਿੰਗ ਹੋ ਜਾਂਦੀਆਂ ਨੇ ਚੀਜ਼ਾਂ। ਬਹੁਤ ਕੁਛ ਹੈ ਸਾਡੇ ਦੇਸ਼ ਦੇ ਵਿੱਚ। 24 ਕਰੋੜ ਦੇਸ਼ ਦੇ ਕਿਸਾਨ ਨੇ। ਹੁਣ ਨਾਲ ਦੀ ਨਾਲ ਜਿਵੇਂ ਇਹ ਗੱਲ ਕਰਦਾ, ਕਿਸਾਨਾਂ ਨੂੰ ਕੰਜ਼ਿਊਮਰ ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਜਾਂਦਾ, ਪ੍ਰੋਡਕਸ਼ਨ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਕਿ ਇਹ ਉਤਪਾਦਕ ਨੇ, ਇਹ ਉਤਪਾਦ ਪੈਦਾ ਕਰਦੇ ਨੇ। ਅਸੀਂ ਉਤਪਾਦਕ ਨਹੀਂ ਹਾਂ, ਅਸੀਂ ਕੰਪਨੀਆਂ ਦੇ ਮਾਲਕ ਨਹੀਂ ਹਾਂ। ਹੁਣ ਅਸੀਂ ਜੁੱਤੇ ਘਰੇ ਨਹੀਂ ਬਣਾਉਂਦੇ, ਅਸੀਂ ਭਾਂਡੇ ਘਰੇ ਨਹੀਂ ਬਣਾਉਂਦੇ, ਅਸੀਂ ਕੱਪੜੇ ਘਰੇ ਨਹੀਂ ਬਣਾਉਂਦੇ। ਆ ਟੀ ਸ਼ਰਟਾਂ ਜਿਹੜੀਆਂ ਅਸੀਂ ਪਾਈਆਂ ਹੋਈਆਂ ਐਡੀਡਾਸ ਦੀਆਂ, ਮਤਲਬ ਕੰਪਨੀ ਦੀਆਂ, ਇਹ ਜਿਹੜੀਆਂ ਅਸੀਂ ਟੀ ਸ਼ਰਟਾਂ ਪਾਈਆਂ ਹੋਈਆਂ ਅਸੀਂ ਘਰੇ ਨਹੀਂ ਬਣਾਈਆਂ ਹੋਈਆਂ। ਆਹ ਜਿਹੜੇ ਦੁਪੱਟੇ ਅਸੀਂ ਸਿਰਾਂ 'ਤੇ ਲਏ ਘਰੇ ਨਹੀਂ ਬਣਾਏ ਹੋਏ। ਤਾਂ ਅਸੀਂ ਉਤਪਾਦਕ ਕਿਵੇਂ ਹੋਏ? ਸਾਨੂੰ ਅੱਜ ਵੀ ਦੇਸ਼ ਦੇ ਇਕਨੋਮਿਕ ਆਰਡਰ ਦੇ ਵਿੱਚ, ਦੇਸ਼ ਦੇ ਇਕਨੋਮਿਕ ਰਜਿਸਟਰਾਂ ਦੇ ਵਿੱਚ ਅੱਜ ਵੀ ਸਾਨੂੰ ਕਿਸਾਨਾਂ ਨੂੰ ਉਤਪਾਦਕ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ, ਜਦ ਕਿ ਅਸੀਂ ਅਨਾਜ ਤੋਂ ਇਲਾਵਾ ਕੁਛ ਉਤਪਾਦਨ ਨਹੀਂ ਕਰਦੇ। ਖਾਣ ਵਾਲੀਆਂ ਚੀਜ਼ਾਂ ਸਿਰਫ ਉਤਪਾਦਨ ਕਰਦੇ ਉਹਨਾਂ ਦਾ, ਅਨਾਜ ਕਹਿ ਲਓ, ਦਾਲਾਂ ਕਹਿ ਲਓ, ਤਿਲਹਨ ਕਹਿ ਲਓ। ਤਾਂ ਇਸ ਪ੍ਰਕਾਰ ਸਾਡੇ ਜਿਹੜੇ ਇਕਨੋਮਿਕਸ ਨੇ ਉਹੀ ਗਲਤ ਨੇ। ਇਕਨੋਮਿਕਸ ਮੇਜ਼ਰਮੈਂਟ ਹੀ ਗਲਤ ਹੈ। ਗਰੀਬੀ ਰੇਖਾ 'ਤੇ ਸਵਾਲ ਨਹੀਂ ਕਿ ਗਰੀਬੀ ਰੇਖਾ ਦੀ ਜਿਹੜੀ ਮੇਜ਼ਰਮੈਂਟ ਹੈ ਉਹਦੀ ਮਾਪਣ ਵਾਲੀ ਹੈ। ਗਰੀਬ ਤੋਂ ਗਰੀਬ ਵੀ ਲੋਕ ਨੇ। ਹੁਣ ਮੰਨ ਲਓ ਕਿਸੇ ਦੇ ਘਰੇ 50 ਰੁਪਈਏ ਵੀ ਨਹੀਂ ਅਤੇ ਕਿਸੇ ਦੇ ਘਰੇ 3000 ਰੁਪਈਆ ਮਤਲਬ ਆ ਜਾਂਦਾ ਮਹੀਨੇ ਦਾ, ਅਤੇ ਕਿਸੇ ਦੇ ਘਰੇ 100-200 ਵੀ ਨਹੀਂ ਆਉਂਦਾ। ਤਾਂ ਇਹ ਦੋਨੇ ਬਰਾਬਰ ਕਿਵੇਂ ਹੋ ਗਏ? ਜੇ ਅਸੀਂ ਉਹਨਾਂ ਨੂੰ ਗਰੀਬੀ ਰੇਖਾ ਮੰਨ ਲਈਏ ਕਿ 3500 ਗਰੀਬੀ ਰੇਖਾ ਅਸੀਂ ਰੱਖੀਏ, 3500 ਰੁਪਇਆ ਗਰੀਬੀ ਰੇਖਾ ਜੇ ਮੰਨ ਲਈਏ ਅਸੀਂ ਰੱਖੀਏ ਇੱਕ ਪਰਿਵਾਰ ਦੀ, 3500 ਰੁਪਏ ਤੋਂ ਅਗਰ ਘੱਟ ਆਮਦਨ ਹੈ ਤਾਂ ਉਹ ਗਰੀਬੀ ਰੇਖਾ ਦੇ ਨੀਚੇ ਆ। ਠੀਕ ਹੈ ਗੱਲ ਤੁਹਾਡੀ, ਮੰਨ ਲਈ ਇੱਕ ਵਾਰ। ਅਤੇ ਜਿਸ ਫੈਮਿਲੀ ਦੀ ਆਮਦਨ ਸਿਰਫ 500 ਰੁਪਈਆ ਹੈ ਮਹੀਨੇ ਦੀ, ਉਹ ਵੀ ਗਰੀਬੀ ਰੇਖਾ ਦੇ ਨੀਚੇ, ਅਤੇ ਜਿੰਦੀ 2900 ਹੈ ਜਾਂ 3400 ਹੈ ਉਹ ਵੀ ਗਰੀਬੀ ਰੇਖਾ ਦੇ ਨੀਚੇ। ਦੋਨਾਂ ਦੇ ਵਿੱਚ ਆਪਸ ਵਿੱਚ ਹੀ ਬੜਾ ਫਰਕ ਹੈ। ਇਸ ਕਰਕੇ ਗਰੀਬੀ ਦੇ ਵਿੱਚ ਵੀ ਗਰੀਬੀ ਹੈ, ਮੇਰੇ ਦੇਸ਼ ਦੇ ਵਿੱਚ ਗਰੀਬੀ ਦੇ ਵਿੱਚ ਵੀ ਗਰੀਬੀ ਹੈ। ਇਸ ਕਰਕੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ, ਸਾਡੇ ਨੌਜਵਾਨਾਂ ਨੂੰ, ਕੁੜੀਆਂ ਮੁੰਡਿਆਂ ਨੂੰ, ਕਾਲਜਾਂ 'ਚ ਪੜ੍ਹਨ ਵਾਲਿਆਂ ਨੂੰ ਇਹਨਾਂ ਇਕਨੋਮਿਕ ਡਾਟਿਆਂ ਦੇ ਉੱਤੇ ਧਿਆਨ ਦੇਣਾ ਪਏਗਾ। ਇਹਨਾਂ ਇਕਨੋਮਿਕਸ ਮਾਪਣ ਜਿਹੜੇ ਮਾਪ ਇਹਨਾਂ ਨੇ ਰੱਖੇ ਹੋਏ ਉਹ ਗਲਤ ਨੇ। ਇਹਨਾਂ ਨੇ ਜਿਹੜੇ ਇਕਨੋਮਿਕ ਮਾਪਣ ਵਾਲੇ ਨੇ ਜਾਂ ਜਿਹੜੇ ਕਹਿ ਲਓ ਇਹਨਾਂ ਦੇ ਫਾਰਮੂਲੇ ਨੇ ਸਾਰੇ ਵਿਦੇਸ਼ਾਂ 'ਚੋਂ ਲਏ ਨੇ। ਮੇਰੇ ਦੇਸ਼ ਦੀ ਹਾਲਤ ਅਲੱਗ ਹੈ, ਵਿਦੇਸ਼ਾਂ ਦੀ ਹਾਲਤ ਸਾਡੇ ਦੇਸ਼ ਤੋਂ ਅਲੱਗ ਹੈ। ਸੋ ਅਸੀਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਤਾਂ ਸਾਡੀਆਂ ਚੀਜ਼ਾਂ ਵੈਸੇ ਹੀ ਉਲਟ ਪੁਲਟ ਹੋ ਜਾਂਦੀਆਂ ਨੇ। ਰੁਪਈਏ ਦੀ ਕੀਮਤ ਸਾਡੇ ਡਾਲਰ ਦੇ ਮੁਤਾਬਕ ਸਾਡੇ 70 ਰੁਪਈਏ ਉਹਨਾਂ ਦਾ $1। ਜੋ ਕੁਛ ਉਹ $1 'ਚ ਖਰੀਦ ਸਕਦੇ ਨੇ ਅਸੀਂ 70 ਰੁਪਇਆਂ 'ਚ ਵੀ ਨਹੀਂ ਖਰੀਦ ਸਕਦੇ। ਸੋ ਇਹ ਚੀਜ਼ਾਂ ਬਹੁਤ ਕੁਛ ਹੈ ਸਾਡੇ। ਅਗਰ ਇਕਨੋਮਿਕਸ ਨੂੰ ਮੈਂ ਪੜ੍ਹਦੀ ਹਾਂ, ਮੈਂ ਲਗਾਤਾਰ ਦੇਖਦੀ ਹਾਂ ਕਿ ਇਕਨੋਮਿਕਸ ਦੇ ਵਿੱਚ ਜਿਹੜੇ ਸਾਡੇ ਘਪਲੇ ਨੇ ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ ਦੇ ਰਿਹਾ। ਸਾਡੇ ਡਾਟਿਆਂ ਦੇ ਵਿੱਚ ਘਪਲੇ ਨੇ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਇੱਥੇ ਕਰਨਾ ਚਾਹੁੰਦੀ ਹਾਂ, ਤੁਸੀਂ ਇਹਦੇ 'ਤੇ ਖੁਦ ਸੋਚਿਓ ਕਿ ਜਿਹੜੀ ਆਮਦਨੀ ਕੱਢੀ ਜਾਂਦੀ, ਐਵਰੇਜ ਕੱਢੀ ਜਾਂਦੀ ਹੈ ਕਿਸੇ ਵੀ ਚੀਜ਼ ਦੀ ਐਵਰੇਜ। ਹੁਣ ਇਹ ਕਹਿੰਦੇ ਨੇ ਵੀ ਮੰਨ ਲਓ ਕਿ ਦੇਸ਼ ਦੇ ਵਿੱਚ ਡਿਵੈਲਪਮੈਂਟ ਦੀ ਗੱਲ ਕਰਦੇ ਨੇ, ਤਾਂ ਜਦੋਂ ਡਿਵੈਲਪਮੈਂਟ ਕਿੰਨੀ ਹੋਈ ਕਿੰਨੀ ਨਹੀਂ ਹੋਈ, ਕਿਸੇ ਦੀ ਆਮਦਨ ਪਿਛਲੇ ਸਾਲ ਇੰਨੀ ਸੀ ਹੁਣ ਕਿੰਨੀ ਵਧੀ ਹੈ, ਇਹ ਜਦੋਂ ਮਾਪਦੇ ਨੇ ਇਹ ਐਵਰੇਜ ਕੱਢਦੇ ਨੇ। ਐਵਰੇਜ ਕਿਵੇਂ ਕੱਢਦੇ ਨੇ? ਜਿੰਨੀ ਜਨਸੰਖਿਆ ਅਤੇ ਜਿੰਨੇ ਸਾਡੇ ਰੁਪਈਏ ਨੇ, ਸਰਕਾਰੀ ਰੁਪਈਏ, ਉਹਨਾਂ ਦੇ ਉੱਤੇ ਡਿਵਾਈਡ ਕਰ ਦਿੰਦੇ ਨੇ। ਓਕੇ, ਜਿੰਨਾ ਸਾਡਾ ਸਾਰੇ ਮਤਲਬ ਪੂਰੇ ਦੇਸ਼ ਦੀ ਪ੍ਰੋਪਰਟੀ ਹੈ ਜਾਂ ਪੈਸਾ ਧੇਲਾ ਹੈ, ਅਤੇ ਜਿੰਨੀ ਸਾਡੀ ਜਨਸੰਖਿਆ ਉਹਨੂੰ ਡਿਵਾਈਡ ਕਰ ਦਿੰਦੇ ਨੇ। ਉਹਦੇ ਨਾਲ ਕੀ ਆ ਜਾਂਦਾ? ਐਵਰੇਜ ਡਾਟਾ ਸਾਡੇ ਕੋਲ ਆ ਜਾਂਦਾ ਹੈ। ਜਿਵੇਂ ਮੰਨ ਲਓ ਪਿਛਲੇ ਸਾਲ ਕਿਸੇ ਫੈਮਿਲੀ ਦੀ ਆਮਦਨ 28,000 ਰੁਪਏ ਸੀਗੀ, ਤਾਂ ਐਵਰੇਜ ਹੁਣ ਕੱਢਣਗੇ ਤਾਂ ਮੰਨ ਲਓ ਕਿ 35,000 ਹੋ ਗਈ। ਠੀਕ ਹੈ, ਜਦੋਂ ਐਵਰੇਜ ਕੱਢੀ ਤਾਂ ਉਹ 35,000 ਆ ਗਈ। ਪਹਿਲੇ ਪਰਿਵਾਰਾਂ ਦੀ ਆਮਦਨ ਪਿਛਲੇ ਸਾਲ 28,000 ਸੀ। ਇਸ ਵਾਰ ਜਦੋਂ ਉਹਨਾਂ ਨੇ ਪੈਸੇ ਆਏ ਤਾਂ ਉਹਨਾਂ ਨੇ ਡਿਵਾਈਡ ਕਰਕੇ ਦੇਖਿਆ ਤਾਂ ਕਹਿ ਤਾ ਕਿ 35,000 ਆ ਗਈ।
ठीक है, मान लिया तुहाडी गल कि पहलां नालों तनखाहां वधियां, पहलां नालों इन्वेस्टमेंट्स लोकां दी वधी, बट जदों तुसीं एवरेज कढदे हो एक पासे अंबानी दी आमदन वधी, वो भी विच इनकलूड है, तो एक पासे रामदीन जां कोई भी बंदा कह लो जां साडे वर्गा बंदा जिन्हें पैसे कमाए भी नहीं हुंदे उहदी भी आमदन वधा दिंदे ने। ये डाटे गलत ने साडे, ये साडे जिहड़े डाटे ने संसद दे विच इन्हां ते सवाल चुके जाने चाहिए ने, इन्हां दे मापण दे तरीके गलत ने। हुण मैं तुहानूं दस रही हाँ कि जिवें अंबानी की आमदन वधी 6000 करोड़ रुपए, पहलां उनकी आमदन सी मान लो 10,000 करोड़ रुपए, इस बार 6000 करोड़ वध के होगी, तो टोटल 16,000 करोड़ रुपए होगी। ठीक, तो दूजे पासे वो भी विच इनकलूड हुंदा है आमदन वधी दे विच, वो बंदा भी आमदन तो सिर्फ उसे कल्ले दी वधी, बट जदों एवरेज करते हैं तो उनकी आमदन सारिਆਂ ਦੇ ਵਿੱਚ डिवाइड होके तो सानू सारिਆਂ ਦੇ उत्ते ऐ लगदा भी साडे सारिਆਂ ਦੀ आमदन वध गई। जदों संसद दे विच डाटे पेश किए जाते हैं तो ऐ लगदा जिवें साडी सारे परिवारां दी पूरे भारत दे लोकां दी आमदन वधी। जिहड़े गरीब कहिंदे ने वो कहिंदे साडी तां आमदन वधी नहीं, उन्हां विचारिਆਂ ਨੂੰ की पता कि ये डाटे दे घपले ने, इकनोमिक घपले ने, ये मेजरमेंट दे जिहड़े तरीके ने वो गलत ने। सो वी हैव टू डू समथिंग, सानू कुछ करना पऊगा, सानू पढ़ना पऊगा ते सानू संसद दे विच जाना पऊगा। जिहड़ा पढ़िया लिखिया नौजवान है, जिहड़ा समझदार है, जागरूक है, जरूर संसद दे विच जावे, वो जरूर जावे। मेरी वोट वैसे भी उन्होंने जाएगी तो मैं उहदे लई फ्री प्रचार भी करूँगी, तो उन्होंने अगे आके इलैक्शनां लड़नियां चाहिए ने। जिहड़े लोग वाकई कुछ करना चाहुंदे ने अगे आउणा चाहिए उन्होंने, तो आपदे देश दे विच आपदी गल रखनी चाहिए। साडा देश है, असीं बनाया है, साडियां शहादतां नाल इह देश बनिया। सो कोई देश जिहड़ा राष्ट्र कोई मुल खरीद के नहीं ले आया, कोई संसद कोई खरीद के नहीं ले आया, साडी अपनी संसद है। असीं मैंबर बना के भेजिया, 13 नूं जे असीं वोटां ना पाउंदे तो संसद कित्थों चले जांदे ये लोग। ਜਿਹੜੇ 545 ਮੈਂਬਰ ਇਸ ਟਾਈਮ ਐਟ ਪ੍ਰੈਜ਼ੈਂਟ ਸੰਸਦ ਦੇ ਮੈਂਬਰ ਨੇ, ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਵੋਟਾਂ ਪਾਈਆਂ, ਸਾਡੀਆਂ ਵੋਟਾਂ ਪਾਈਆਂ ਉਹਨਾਂ ਨੂੰ। ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਗੁਜ਼ਾਰਿਸ਼ ਹੈ, ਬੇਨਤੀ ਹੈ, ਇੱਕ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਆਪਾਂ ਦੁਨੀਆ ਨੂੰ ਥੋੜ੍ਹਾ ਜਿਹਾ ਦਸੀਏ ਵੀ ਸਾਡੇ ਜਿਹੜੇ ਇਕਨੋਮਿਕ ਘੁਟਾਲੇ ਨੇ ਉਹ ਵੀ ਨਾਲ ਦੀ ਨਾਲ ਨੇ, कि ਜਿਹੜੇ ਸਾਡੇ ਡਾਟਿਆਂ ਨਾਲ ਘੁਟਾਲੇ ਨੇ। ਇਹ ਮੈਂ ਤਾਂ ਜੇ ਮੈਂ ਚਾਹਾਂ ਤਾਂ ਮੈਂ ਉਹ ਗ੍ਰਾਫ ਬਣਾ ਕੇ ਵੀ ਦੱਸ ਸਕਦੀ ਹਾਂ ਵੀ ਕਿਵੇਂ ਇਹ ਘੁਟਾਲੇ ਹੁੰਦੇ ਨੇ। ਹੁਣ ਸਰਕਾਰ ਗੱਲ ਕਰੇਗੀ, ਅੱਜ ਸਰਕਾਰ ਗੱਲ ਕਰਦੀ ਪਈ ਹੋਏਗੀ ਸੰਸਦ ਦੇ ਵਿੱਚ ਕਿ ਅਸੀਂ ਡਿਵੈਲਪਮੈਂਟ ਕੀਤੀ ਹੈ, ਕਿ ਅਸੀਂ 13,000 ਕਰੋੜ ਜਾਂ 13,000 ਕਿਲੋਮੀਟਰ ਅਸੀਂ ਸੜਕ ਨਵੀਂ ਬਣਾਤੀ। ਦੇਖਣਾ ਇਹ ਹੈ ਕਿ ਉਹ ਸੜਕ ਵਾਕਈ ਉੱਥੇ ਬਣੀ ਜਿੱਥੇ ਜ਼ਰੂਰਤ ਸੀ, नहीं कई सड़कां जिहड़ियां ने ਉਹਨੂੰ पट के पुरानी नूं ते ਉਹਦੇ ਉੱਤੇ नवीं बन गईयां ने। ते डिवेलपमेंट ਉਹ ਹੁੰਦੀ है ਜਿਹੜੇ पिंड नूं राह नहीं हैगा, सड़क नहीं हैगी, उत्थे बने। यही सेम कंडीशन है ये डिवेलपमेंट दे नां ते पूरे देश नूं, पूरे लोकां नूं, पूरी दुनिया ने सानूं मूर्ख बनाया होया। हुण डिवेलपमेंट उत्थे शो तां हो जाएगी कि होई है, क्योंकि जदों किलोमीटर दे विच मापदे ने तां ये सड़क इन्नी बनी आएगी उत्ते, बट जिथे जरूरत सी उत्थे बनी। मैटर ये करदा कि जिथे जरूरत सी उत्थे सड़क बनी, जिथे जरूरत सी उत्थे हस्पताल बने, जां जिथे हस्पताल पहलां ही सी उसे हस्पताल दा फिर एक होर बन गया, जां जिहड़े हस्पताल दे अंदर पहलां कली नहीं हुई सी दुबारा उन्होंने कली करके 2-3 स्टाफ मैंबर होर नवें बना के बनाती। इस प्रकार ये गल्लां बहुत सारियां ने, सानू इन्हां सारियां गल्लां ते बहुत ज़्यादा ध्यान देना पऊगा, सानू पढ़ना पऊगा। सारियां नू मैं बेनती करदी हां हत्थ जोड़ के कि आपां वध तो वध पढ़ीए ते जिहड़ा साडा किसानी संघर्ष है इहदे विच ये एक चांस है, एक मौका कि असीं इन्हां सरकारां दे विरुद्ध खड़े होए हां। जे अज असीं हार जाने हां तां किसी भी कम्यूनिटी की अगे तो जरूरत नहीं पैनी, अगे तो हौसला नहीं पैना, उन्हें तहीद नहीं करनी
ਉਹਦੇ ਹੌਸਲਾ ਨਹੀਂ ਪੈਣਾ, ਹਿੰਮਤ ਨਹੀਂ ਹੋਣੀ ਕਿ ਇਹਨਾਂ ਸਰਕਾਰਾਂ ਦੇ ਵਿਰੁੱਧ ਖੜ ਜਾਈਏ। ਕਿਉਂਕਿ ਇਹ 1947 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਐਡਾ ਵੱਡਾ ਇਤਿਹਾਸਿਕ ਅੰਦੋਲਨ ਖੜਾ ਹੋਇਆ ਹੈ ਇਹਨਾਂ ਸਰਕਾਰਾਂ ਦੇ ਸਾਹਮਣੇ 75 ਸਾਲਾਂ ਦੇ ਵਿੱਚ। 15 ਅਗਸਤ ਨੂੰ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਆਉਣ ਵਾਲੀ 15 ਅਗਸਤ ਨੂੰ 75 ਸਾਲ ਹੋ ਜਾਣਗੇ। ਸੋ 75 ਸਾਲ ਹੋ ਜਾਣਗੇ ਸਾਡੀ ਆਉਣ ਵਾਲੀ 15 ਅਗਸਤ ਨੂੰ ਸਾਡੇ ਦੇਸ਼ ਨੂੰ ਆਜ਼ਾਦ ਹੋਇਆ। 15 ਅਗਸਤ 1947 ਨੂੰ ਸਾਡਾ ਭਾਰਤ ਆਜ਼ਾਦ ਹੋਇਆ ਗੁਲਾਮੀ, ਉਹਨਾਂ ਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ। ਠੀਕ, ਇਹਨਾਂ 75 ਸਾਲਾਂ ਦੇ ਵਿੱਚ ਕਿਸੇ ਵੀ ਤਬਕੇ ਦੀ, ਵਰਗ ਦੀ, ਕਮਿਊਨਿਟੀ ਦੀ, ਕਿਸੇ ਵੀ ਧਰਮ ਦੀ, ਕਿਸੇ ਵੀ ਵਰਗ ਦੀ ਜ਼ਰੂਰਤ ਨਹੀਂ ਪਈ ਕਿ ਇਹਨਾਂ ਸਰਕਾਰਾਂ ਦੇ ਵਿਰੁੱਧ ਬੋਲੀ। ਇੱਕ ਸਿਰੜੀ ਕਿਸਾਨ ਉੱਠਿਆ, ਇੱਕ ਕਾਮਾ ਮਜ਼ਦੂਰ ਉੱਠਿਆ ਤੇ ਵੋਮੈਨ ਤਪਾਈਆਂ ਹੋਈਆਂ ਉੱਠੀਆਂ। ਹਾਲਾਂਕਿ ਵੋਮੈਨ ਦਾ ਜਿਹੜਾ ਮਸਲਾ ਸੀ, ਵੋਮੈਨ ਪਹਿਲਾਂ ਹੀ ਖੜੀਆਂ ਹੋ ਗਈਆਂ ਸੀ। ਸ਼ਾਹੀਨ ਬਾਗ ਦੇ ਵਿੱਚ ਔਰਤਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ। ਸ਼ਾਹੀਨ ਬਾਗ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਉਹ ਮੇਰੇ ਦੇਸ਼ ਦੇ ਵਿੱਚ ਔਰਤਾਂ ਨੇ ਖੜਾ ਕੀਤਾ ਸੀ। ਉਸ ਤੋਂ ਬਾਅਦ ਜਿਹੜਾ ਸਾਡਾ ਕਿਸਾਨੀ ਸੰਘਰਸ਼ ਹੈ, ਇੱਕ ਇਤਿਹਾਸਿਕ ਸੰਘਰਸ਼ ਹੈ। ਜੇ ਅਸੀਂ ਜਿੱਤ ਜਾਂਦੇ ਹਾਂ ਤਾਂ ਪੂਰੀ ਦੁਨੀਆ ਜਿੱਤ ਜੂਗੀ, ਇਹ ਸਮਝ। ਕਿਉਂਕਿ ਸਾਡਾ ਮਨ ਇੱਥੇ ਹੈ, ਸਾਡਾ ਤਨ ਇੱਥੇ ਹੈ। ਅਸੀਂ ਜਿੱਥੇ ਜਿੱਤਦੇ ਹਾਂ ਸਾਡੀ ਅਣਖ ਜਿੱਤ ਜਾਏਗੀ, ਅਸੀਂ ਅਣਖ ਨਾਲ ਜਿਉਣਾ ਸਿੱਖ ਜਾਵਾਂਗੇ। ਕਿਉਂਕਿ ਇਹ ਹਮੇਸ਼ਾ ਇਹਨਾਂ ਸਰਕਾਰਾਂ ਦੇ ਦਬਕੇ ਥੱਲੇ, ਡਰਾਵੇ ਥੱਲੇ ਆਪਾਂ ਨਹੀਂ ਰਹਿ ਸਕਦੇ, ਨਾ ਹੀ ਰਹੇ ਹਾਂ। ਅਤੇ ਜੇ ਅਸੀਂ ਆਪਦੇ ਰਾਜ ਦੀ ਵੀ ਗੱਲ ਕਰਦੇ ਹਾਂ ਵੀ ਅਸੀਂ ਆਪ ਦਾ ਰਾਜ ਲੈ ਕੇ ਆਉਣਾ, ਅਤੇ ਆਪ ਦਾ ਸਾਡਾ ਰਾਜ ਆ ਸਕਦਾ। ਕੋਈ ਬਹੁਤਾ ਟਾਈਮ ਨਹੀਂ ਹੋਇਆ ਸਾਡੇ ਤੋਂ ਰਾਜ ਖੁੱਸਿਆਂ। ਅਸੀਂ ਉਹ ਕੌਮ ਹਾਂ ਜਿਨ੍ਹਾਂ ਨੇ ਰਾਜ ਖੋਏ ਨੂੰ ਕੋਈ ਬਹੁਤਾ ਟਾਈਮ ਨਹੀਂ ਹੋਇਆ। ਅਤੇ ਸਾਡਾ ਰਾਜ ਕਿਵੇਂ ਖੁੱਸਿਆ ਸੀ? ਮਹਾਰਾਜਾ ਰਣਜੀਤ ਸਿੰਘ ਦਾ ਸਾਰਿਆਂ ਨੂੰ ਪਤਾ ਹੈ। ਲੀਡਰ ਨਹੀਂ ਸੀ ਕੋਈ, ਸਾਡੇ ਕੋਲ ਲੀਡਰ ਨਹੀਂ ਸੀ, ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੇ ਹੱਥੋਂ ਖੁੱਸਿਆ। ਅਤੇ ਇਹ ਗੱਲ ਯਾਦ ਰੱਖਿਓ, ਜੇ ਕੋਈ ਲੀਡਰ ਅੱਜ ਚੰਗਾ ਉੱਠਦਾ, ਚੰਗਾ ਅੱਗੇ ਆਉਂਦਾ, ਉਹਦੀਆਂ ਲੱਤਾਂ ਨਾ ਖਿੱਚੋ, ਅੱਗੇ ਆਉਣ ਦਿਓ ਉਹਨੂੰ। ਲੀਡਰ ਚੰਗੇ ਚੁਣੋ, ਤਾਂ ਹੀ ਸਾਡਾ ਵਿਕਾਸ ਹੋ ਸਕਦਾ, ਤਾਂ ਹੀ ਸਾਡਾ ਸਹੀ ਤਰੀਕੇ ਨਾਲ ਸਾਡੀ ਸਰਕਾਰ ਹੋ ਸਕਦੀ ਹੈ। ਤਾਂ ਹੀ ਅਸੀਂ ਆਪਦੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਮਹਿਲਾਵਾਂ ਦੀ, ਦੱਬੇ ਕੁਚਲੇ ਲੋਕਾਂ ਦੀ, ਉਹਨਾਂ 85% ਲੋਕਾਂ ਦੀ ਸਰਕਾਰ ਬਣਾ ਸਕਦੇ ਹਾਂ ਜਿਹੜੀ ਸਦੀਆਂ ਤੋਂ ਦੱਬੀ ਰਹੀ ਹੈ। ਸੋ ਮੇਰੀ ਬੇਨਤੀ ਹੈ, ਕਿਸਾਨ ਸਿਰੜੀ ਨੇ, ਮਜ਼ਦੂਰ ਸਿਰੜੀ ਨੇ ਅਗਰ ਹਿੰਮਤ ਕੀਤੀ ਇਹਨਾਂ ਸਰਕਾਰਾਂ ਦੇ ਵਿਰੁੱਧ ਖੜੇ ਹੋਣ ਦੀ, ਤਾਂ ਪਿੱਠ ਨਾ ਦਿਖਾਇਓ। ਆਪਾਂ ਇਸ ਅੰਦੋਲਨ ਨੂੰ ਹੋਰ ਵੱਡਾ ਕਰੀਏ। ਜੇ ਇਹ ਅੰਦੋਲਨ ਅੱਜ ਹਾਰ ਜਾਂਦਾ ਹੈ, ਜੇ ਅੰਦੋਲਨ ਅੱਜ ਹਾਰ ਜਾਂਦਾ ਹੈ ਤਾਂ ਸਾਡੀ ਸਾਰਿਆਂ ਦੀ ਹਾਰ ਹੈ। ਅਤੇ ਅਸੀਂ 75 ਸਾਲ ਤਾਂ ਪਹਿਲਾਂ ਨਹੀਂ ਉੱਠੇ ਅਤੇ ਫਿਰ ਅਸੀਂ ਸਦੀਆਂ ਤੱਕ ਨਹੀਂ ਉੱਠ ਸਕਣਾ। ਅੱਜ ਵੀ ਅਸੀਂ ਪੌਣੀ ਸਦੀ ਬਾਅਦ ਉੱਠੇ ਹਾਂ। ਕੋਈ ਕਮਿਊਨਿਟੀ, ਜਿਹੜੀ ਕਿਸਾਨ ਕਮਿਊਨਿਟੀ, ਪੌਣੀ ਸਦੀ ਬਾਅਦ ਅੱਜ ਹਿੰਮਤ ਵਿਖਾਈ, ਉਹਨੇ ਪੌਣੀ ਸਦੀ ਬਾਅਦ ਉੱਠੀ। ਅੰਗਰੇਜ਼ਾਂ ਦੇ ਖਿਲਾਫ ਅਸੀਂ ਜੰਗਾਂ ਲੜੀਆਂ, ਅਸੀਂ ਉੱਠੇ 1857 ਦੇ ਵਿੱਚ ਉੱਠੇ, ਲੇਕਿਨ ਕਿਸਾਨ ਕੌਮ ਨਹੀਂ ਉੱਠੀ। ਉਦੋਂ ਰਾਜੇ ਰਜਵਾੜੇ ਉੱਠੇ ਸੀ 1857 ਦੀ ਲੜਾਈ ਦੇ ਵਿੱਚ। ਫਿਰ 1857 ਤੋਂ ਲੈ ਕੇ 1947 ਤੱਕ ਦੇਸ਼ ਦੇ ਵਿੱਚ ਡਿਫਰੈਂਟ ਲੋਕਾਂ ਨੇ ਆਪਣਾ ਯੋਗਦਾਨ ਦੇ ਕੇ, ਬਹੁਤ ਮਹਾਨ ਲੋਕਾਂ ਨੇ ਆਪਣਾ ਯੋਗਦਾਨ ਦੇ ਕੇ, ਕਿਸੇ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਆਂਕ ਸਕਦੇ, ਉਹਨਾਂ ਨੇ ਆਪਣਾ ਯੋਗਦਾਨ ਦੇ ਕੇ ਇਸ ਸਰਕਾਰ ਨੂੰ, ਇਸ ਮੁਲਕ ਨੂੰ ਵਿਦੇਸ਼ ਦੀ ਗੁਲਾਮੀ ਤੋਂ ਆਜ਼ਾਦ ਕਰਾਇਆ, ਜਿਹਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਹੋਰ ਬਹੁਤ ਸਾਰੇ ਕ੍ਰਾਂਤੀਕਾਰੀ ਯੋਧਿਆਂ ਦਾ ਨਾਮ ਹੈ। ਪੂਰੇ ਦੇਸ਼ ਦੇ ਵਿੱਚ ਕ੍ਰਾਂਤੀਕਾਰੀ ਹੋਏ ਨੇ। ਰਾਣੀ ਗੌਂਡਿਲਿਓ ਨੇ ਵੀ ਸੰਘਰਸ਼ ਲੜਿਆ ਸੀ। ਮਣੀਪੁਰ ਦੀ ਇੱਕ ਰਾਣੀ ਸੀ, ਛੋਟੀ 13 ਸਾਲ ਦੀ ਉਮਰ ਦੇ ਵਿੱਚ ਉਹਨੇ ਜੇਲ੍ਹ ਕੱਟੀ ਸੀ। ਹੋਰ ਬਹੁਤ ਸਾਰੀਆਂ ਸਾਡੀਆਂ, ਬੀਕਾ ਜੀ ਕਾਮਾ ਨੇ ਜਾ ਕੇ ਵਿਦੇਸ਼ ਦੇ ਵਿੱਚ ਇਸ ਸਾਡੇ ਝੰਡੇ ਨੂੰ ਫਹਿਰਾਤਾ ਸੀ। ਬਹੁਤ ਸਾਰੀਆਂ ਸਾਡੀਆਂ ਔਰਤਾਂ, ਮਹਿਲਾਵਾਂ, ਬੱਚਿਆਂ ਨੇ ਅਤੇ ਨੌਜਵਾਨਾਂ ਨੇ ਉਸ ਸੰਘਰਸ਼ ਦੇ ਵਿੱਚ, ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਹਿੱਸਾ ਦਿੱਤਾ ਸੀ। ਅੱਜ ਇਹ ਸਾਡੀ ਆਰਥਿਕ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ ਕਿ ਸਾਡੀ ਆਰਥਿਕ ਆਜ਼ਾਦੀ, ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਆਜ਼ਾਦੀ ਦਿਵਾਈ,
जिन्हां लई असीं शहादतां दित्तियां ते अज वो लोग करोड़ां नाल आमदनी कमाउंदे ने साडीआं शहादतां दे उत्ते। ते अज असीं वो कौम जिसने इस देश की, इस राष्ट्र की रक्षा दे लई, इस देश की रक्षा दे लई, इस देश नूं गुलामी तो बचाउण लई शहादतां दित्तियां, वो सड़कां ते आ कौम। वो कौम मजदूर लोग करोना काल दे दौरान किवें सड़कां ते आए असीं नहीं भुल सकते। असीं 75 सालां दे विच मजदूरां दी एड्डी बुरी हालत देखी 1947 तो बाद। उस तो पहलां तां मजदूरां दी हालत बुरी कीती सी उन्हां सरकारां ने जिहड़ियां विदेशां दे विचों राज करदियां सी साडे उत्ते। अंग्रेज़ां ने साडे मजदूरां दे अंगूठे कट्टे सी, साडे हत्थ कर गयां दे उन्हां ने अंगूठे कट्टे सी तां कि आपदे देश दी डिवेलपमेंट ना कर सकन, आपदी आमदन ना वधा सकन। तां साडे आर्थिक ढांचे नूं अंग्रेज़ां ने बर्बाद कीता सी। बट हुण साडे आर्थिक ढांचे नूं साडे जिहड़ा साडा बेस है इस देश दी इकोनॉमी दा, रीढ़ दी हड्डी है खेती, उहनूं बर्बाद करन दा इस साडी सरकार ने, इस आप दे हत्थां नाल चुनी सरकार ने ये करना शुरू कर दिता। तां साडे ये आर्थिक ढांचे नूं ये बर्बाद करन दी तैयारी जिहड़ी साडी इस सरकार ने कीती होएगी उहनूं समय तो पहलां समझना पऊगा। नहीं तां ਉਹ दिन दूर नहीं जदों किसान कुर्सी ते होणगे, ਉਹ दिन दूर नहीं जदों कि मजदूरां दे बच्चे पार्लीमेंट दे विच होणगे, ਉਹ दिन दूर नहीं मेरे शहीदां दे बच्चे इस पार्लीमेंट दे विच गूंजणगे, ਉਹ दिन दूर नहीं महिलावां ते दब्बे कुचले लोग आप दी लड़ाई खुद लड़ के उत्थे संसद तक पहुंचणगे। सो बेनती असीं तुहानूं बहुत ਉੱਚੇ बिठाया होया है, आपदे रिप्रैजेंटेटिव बनाया हो। हुण साडी गल करन दा टाइम है तो साडी गल करो। असीं संसद दे बाहर बैठ के जंतर मंतर ते बैठ के असीं आपदा प्रचार करदे पे। शर्म आउणी चाहीदी है साडे देश नूं, साडे देश दे मीडिया नूं कि होर साडे देश दे जिहड़े लोक ने जिहड़े संसद दे विच बैठ के साडीआं वोटां दे उत्ते इन्हां ने बैठ के ते साडे नाल ही धोखा करी जांदे ने। 75 सालों तो इन्हां दा पेट नहीं भरिया, साडे नाल धोखा करदे हैं। हुण बस समा बहुत नेड़े है। सो सारिआं नूं बेनती है, एक तां ये वीडियो शेयर कर दिओ, सारिआं नूं बेनती है हत्थ जोड़ के जरूर शेयर कर दिओ। दस दईए असीं इन्हां सरकारां नूं भी बहुत हो गया थोड़ा नाटक, बहुत हो गया। साडी गल सुनी बेरोजगार ने तां मैं गल ही भुल गई, 4 करोड़ का वादा किया सी इन्हां ने, सानू इन्हां ने 4 करोड़ रोज़गार देने का वादा किया सी। जदों यह सरकार साडी सत्ता दे NDA सरकार जिहड़ी सत्ता दे विच आई सी, BJP की सरकार जदों सत्ता दे विच दोबारा आउंदी है, ये 4 करोड़ का वादा करके आई सी। कित्थे ने वो 4 करोड़? असीं बेरोजगार बैठे हैं, दिओ सानू नौकरियां। असीं बेरोजगार बैठे हैं, सानू नौकरियां दिओ। साडे पंजाब दे विदेशां विच जा रहे नौजवान उत्थे धक्के खा रहे ने, साडा समाजिक ढांचा बर्बाद हो रहा है। मुंडा उत्थे कुड़ी, इत्थे कुड़ी उत्थे मुंडा, इत्थे एक दूजे नाल धोखेबाजियां हो रही ने। साडा समाज, साडी सभ्यता, पंजाब दी सभ्यता जिहड़ी क्लासिक सभ्यता सी, वो बर्बाद करती इस देश के आर्थिक ढांचे ने। इन्हां देशां दीयां सरकारां ने पंजाब दे नाल हमेशा वितकरा कीता इन्हां ने ते लगातार करदे आ रहे ने। ते हुण असीं पंजाब दे नाल वितकरा नहीं होण देवांगे। साडा भी उन्ना ही आ देश दे विच हिस्सा है। पंजाब दे अनडिवाइडेड पंजाब ने जिहदे विच हरियाणा ते हिमाचल भी शामिल सी। अनडिवाइडेड पंजाब ने इस देश की आज़ादी दे विच, इस देश की सुरक्षा दे विच 92% अपनियां शहादतां दित्तियां ने। गल कोई ना भुल्लिओ, ये गल याद रखिओ अपने जहन दे विच। ये साडा देश है, साडा देश है। असीं विदेशियां दे हत्थों आपदे देश नूं छुड़ाया। ये साडा देश है, साडीआं शहादतां लगियां ने ते साडे परिवारां ने शहादतां दित्तियां। ते 1947 तो बाद देश की आज़ादी जदों होई है, उदों भी पंजाब दीयां लाशां दे उत्ते यह देश आज़ाद होया है। पंजाब दीयां लाशां दे उत्ते यह देश आज़ाद होया है। ते अज भी पंजाब दे नाल वितकरा ये भारत की सरकार करदी है। तां भारत की सरकार नूं शर्म होनी चाहिदी है। साडे सीने दे उत्ते पैर रख के यह देश आज़ाद होया है, साडे सीने दे उत्ते यह देश आज़ाद होया है। ते फिर भी तुसीं सानू
घट करके आंकते हो, कम करके आंकते हो, तो तुहाडी ये गलती तुहानूं दी सज़ा बड़ी जल्दी मिलेगी। हुण पंजाब के नौजवानों नूं खड़े हो जाना चाहिए, इन्हां दे मूहरे खड़े हो जाओ। हुण तुसीं कहंदे हो भी राजनीति ना करो, मैं कहंदी हां भी तुसीं आ जाओ राजनीति च, सगों तुहानूं आउणा चाहिए राजनीति च। पंजाब के नौजवान हुण आओ, उठ के बैठो संसद दे विच, करिए तैयारी। आपां 2024 दे विच आपां इन्हां नूं चखाईए मज़ा। कोई बहुती दूर नहीं 2024, बहुती दूर नहीं हैगी, 22 आउण वाला 23-24। सो इन्हां नूं आपां उदों दसीए पता कि साडीआं वोटां ते ये कंपनियां वाले। जाके तुसीं संसद दे विच देखो तो सरी। मैं तो लाइव संसद सुनदी हाँ, हमेशा सुनदी हाँ, मैं अज नहीं सुनन लगी, 2-3 सालों तो सुनदी हाँ ये लाइव संसद। उत्थे लोग थोड़ी गल ही नहीं करते। आ साडे भगवंत मान साहब कविता पढ़ के उत्थे आ जाते हैं, जिन्हां नूं असीं कहने आ भी बहुत अच्छा नेता, साडा बहुत अच्छा लीडर। उत्थे साडी गल करो आपदे शब्दां दे विच। हिंदी भाषा क्यों कहने असीं पंजाबी च बोलांगे? जिहड़ी भाषा उन्हां नूं समझ आउंदी वो भाषा समझा के आओ, उन्हां नूं समझा के आओ, उन्हां नूं दस के आओ। पता है सानूं असीं पंजाबी हाँ, सानूं पता असीं पंजाबी हाँ, ते जिहड़ी साडी आपदी शख्सियत है सानूं भी पता है। ते साडी लैंगुएज है जिहड़ी साडी रोम रोम दे विच हुंदी आ, उहनूं कोई कढ नहीं सकदा। ते हंकार ईगो दे विच तुसीं उत्थे साडी गल नहीं बोलदे, उत्थे जाके साडी गल क्यों नहीं करदे? आ बीबी हरसिमरत कौर बादल, नन्नी शां ते फलाणी शां, पंजाब दे विच गोलियां दे नाल कुड़ियां भुन दित्तियां जांदियां ने। भारत दे विच हर दिन रेप दीयां घटनावां एडियां छोटियां छोटियां बच्चियां दे नाल होंदियां ने। क्यों नहीं बोलदी उत्थे बीबी? होर बीबियां जिहड़ियां 19-20 बीबियां ने उत्थे टोटल जिन्नियां भी हैगियां ने, क्यों नहीं बोलदियां उत्थे? कहंदियां ने क्राइम नहीं रुकदा, क्राइम नहीं रुकदा। उत्थे बोलदियां क्यों नहीं? उत्थे क्यों नहीं बोलदियां? उत्थे खा के रोटियां आ जांदियां ने। ये हुण इन्हां नूं सवाल पुछण दा समां है, कोई ना सुक्का बख्शिओ, इन्हां नूं सवाल पुछिओ। मारना नहीं साडी सभ्यता, कुੱਟਣਾ नहीं साडी सभ्यता, साडे संस्कार ही नहीं सिखाउंदे। असीं हमेशा रिस्पैक्ट करदे हां, बट इन्हां दी रिस्पोंसिबिलिटी साडे सवालां दा जवाब देण दी। देयर अकाउंटेबिलिटी, बिकॉज दे आर अकाउंटेबल टू अस, क्योंकि असीं उन्हां नूं चुणिया है। वी इलैक्ट दैम। सो दैट्स वाई सानू इन्हां तो सवाल पुछने ने। तैयार रहो, आपदे डाटे करैक्ट रखियो, पढ़ाई पूरी रखियो, तो इन्हां तो सवाल आपां पुछिए। तो जे साडे सवालों के जवाब नहीं दिंदे जां सानू लगदा भी ये साडी गल नहीं करनगे, तां सानू इन्हां तो इस्तीफे मंगने पैणगे। जे असीं तुहानूं बना सकदे असीं उतार क्यों नहीं सकदे? एक पोलिटिकल बदलाव होना चाहिए, पोलिटिकल रिफॉर्म होना चाहिए, यह राजनीतिक सुधार होना चाहिए। पूरी साडे देश की राजनीति दे विच चुनाव का सुधार होना चाहिए। उहदे विच ये सुधार भी होना चाहिए कि जे असीं पार्लीमेंट के मैंबरां नूं बना सकते हाँ, असीं उतार भी सकते हैं। साडे कोल ये भी अथॉरिटी होवे कि सानू लगे कि उन्होंने सही काम नहीं किया, असीं उन्हां नूं समय तो पहलां बुला लईए भी भाई आ जा तू। नहीं तो असीं बीबी हरसिमरत कौर बादल नूं 2 महीने के अंदर बुला लेना ही, जे साडे देश दे विच कुछ हुंदा। सो पढ़िए, आपां रिफॉर्मां वल वधीए, सुधारां वल वधीए। बहुत साल हो गए सानू तपदिआं नूं। रेप ते तां भैन जी तुसीं बोले अज, नहीं तो कोई नहीं बोलता, सब दियां जमीरां मरियां। बिल्कुल सिमरनजीत वीर जी, बहुत देखते हैं रेप ते कोई नहीं बोलता। बंदे तो ये सोचते हैं कि रेप है जिहड़ा ये एक औरत नाल होया, औरत ही बोलेगी, यह गलत है। बंदे क्यों नहीं बोलते? संसद दे विच औरतां एक तो है घट, जड़ियां है ने उहदी जबान नहीं खोलदियां, पता नहीं क्यों डरी जांदियां ने वो। हुण ते बंदे क्यों नहीं रेप ते बोलते? धी तो उन्हां दी भी हुंदी। एक बंदा, तुहानूं सारिआं नूं करोना काल दे सीन याद होना, दौरान एक बंदा अपनी छोटी जी बच्ची नूं लैके, 5 सालां दी बच्ची नूं लैके संसद दे बाहर किवें ओह रोया सी, करलाया सी कि उहदी बच्ची नाल, 5 सालां दी बच्ची नाल रेप हुंदा है। उहदे लई ओह कानून बनाउण दी, सख्त तो सख्त कानून बनाउण दी गल करदा सी।
ਉਹਦਾ ਸਾਥ ਕਿਹਨੇ ਦਿੱਤਾ? ਪੁਲਿਸ ਨੇ ਫੜ ਕੇ ਅੰਦਰ ਦੇਤਾ, ਕਿਹਨੇ ਦਿੱਤਾ ਉਹਦਾ ਸਾਥ? ਉਸ ਕਿਉਂਕਿ ਉਹਦੀ ਗੱਲ ਨਹੀਂ ਸੁਣੀ ਗਈ, ਤਾਂ ਹੀ ਉਹ ਪਾਰਲੀਮੈਂਟ ਤੱਕ ਪਹੁੰਚਿਆ ਸੀ ਕੱਲਾ ਜਣਾ ਹਿੰਮਤ ਕਰਕੇ। ਤੇ ਜਦੋਂ ਇਹੋ ਜਿਹੇ ਬੰਦੇ ਲੋਕ ਕੱਲੇ ਕੱਲੇ ਹਿੰਮਤ ਕਰਕੇ ਆਉਣ ਅੱਗੇ ਤਾਂ ਉਹਨਾਂ ਨੂੰ ਸਪੋਰਟ ਤਾਂ ਕਰ ਦਿਆ ਕਰੋ। ਹੁਣ ਅਸੀਂ ਬੋਲਦੇ ਹਾਂ, ਕੱਲ੍ਹ ਨੂੰ ਪਤਾ ਹੀ ਹੈ ਸਾਡੇ ਨਾਲ ਕੀ ਹੋਣਾ। ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਸਰਕਾਰਾਂ ਕਿੱਡੀਆਂ ਤਾਕਤਵਰ ਨੇ, ਕਿੱਡੀਆਂ ਤਾਕਤਵਰ ਨੇ। ਇਹ ਕਦੋਂ ਵੀ ਸਾਨੂੰ ਜੇਲ੍ਹ ਭੇਜ ਸਕਦੀਆਂ ਨੇ। ਕੋਈ ਵੀ ਮੁਕੱਦਮਾ ਇਹਨਾਂ ਕੋਲ UPA APA ਮੁਕੱਦਮਾ ਇਹਨਾਂ ਨੇ ਬੜਾ ਮਤਲਬ ਆਸਾਨ ਸਮਝਿਆ ਹੋਇਆ। ਕਦੋਂ ਵੀ ਕਿਸੇ ਵੀ ਨੌਜਵਾਨ 'ਤੇ ਲਾ ਦਿੰਦੇ ਨੇ। ਦੇਸ਼ ਧਰੋਹ ਦਾ ਮੁਕੱਦਮਾ ਲਾਤਾ, ਕਿਸੇ 'ਤੇ ਵੀ ਕੋਈ ਵੀ ਮੁਕੱਦਮਾ ਲਾ ਦਿੰਦੇ ਨੇ। ਦੇਸ਼ ਆਜ਼ਾਦ ਕਰਾਉਣ ਵਾਲਾ ਅਸੀਂ ਦੇਸ਼ ਧਰੋਹੀ ਕਿਵੇਂ ਹੋ ਸਕਦੇ ਹਾਂ? ਇੱਕ ਤਾਂ ਜਿਹੜੇ ਇਹ ਟੀਵੀਆਂ 'ਤੇ ਬੈਠ ਕੇ ਜਿਹੜੀ ਬਹਿਸ ਕਰਦੇ ਨੇ ਨਾ, ਕੁਛ TV ਚੈਨਲਾਂ ਵਾਲੇ, ਸਾਰਿਆਂ ਨੂੰ ਮੈਂ ਨਹੀਂ ਕਹਿ ਰਹੀ, ਕੁਛ TV ਚੈਨਲਾਂ ਵਾਲੇ, ਉਹਨਾਂ ਦੀ ਬੁੱਧੀ ਹੋਈ ਭ੍ਰਿਸ਼ਟ। ਤਾਂ ਉਹ ਧਰਮ ਦੇ ਨਾਮ 'ਤੇ ਦੇਸ਼ ਨੂੰ ਲੜਾਉਣਾ ਚਾਹੁੰਦੇ ਨੇ, ਉਹ ਜਾਤ ਦੇ ਨਾਂ 'ਤੇ ਦੇਸ਼ ਨੂੰ ਲੜਾਉਣਾ ਚਾਹੁੰਦੇ ਨੇ, ਉੱਪਰ ਵਰਗ ਅਤੇ ਨਿਚਲੇ ਵਰਗ ਦੇ ਆਧਾਰ 'ਤੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਨੇ, ਹੋਰਾਂ ਦੇ ਆਧਾਰ 'ਤੇ ਉਹ ਸਿਰਫ ਲੜਾਉਣ ਦਾ ਕੰਮ ਕਰਦੇ ਨੇ। ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਕਦੇ ਉਹਨਾਂ ਦਾ ਕੋਈ ਯੋਗਦਾਨ ਨਹੀਂ। ਚੌਥਾ ਥੰਮ ਵੀ ਇਹਨਾਂ ਨੂੰ ਤਾਂ ਹੀ ਕਿਹਾ ਜਾਂਦਾ ਕਿ ਜੇ ਇਹ ਸੈਕੂਲਰ ਹੋਣ। ਇੱਥੇ ਮੈਂ ਮੀਡੀਆ ਦੀ ਇੱਕ ਗੱਲ ਕਰਨੀ ਚਾਹੁੰਦਾ, ਮੇਰੇ ਬਹੁਤ ਨੇੜਲੇ ਕਲੋਜ਼ ਸੁਣ ਲੈਣਗੇ ਅਤੇ ਉਹ ਸੁਣਦੇ ਹੋਣਗੇ, ਸੁਣ ਲੈਣਗੇ ਤਾਂ ਉਹ ਸੁਣਦੇ ਹੋਣਗੇ। ਜੇ ਮੈਂ ਤਾਂ ਕਹਿੰਦੀ ਹਾਂ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਉਹਨਾਂ ਤੱਕ ਪਹੁੰਚ ਵੀ ਜਾਏ। ਉਹ ਖੁਦ ਪਾਰਟੀਆਂ 'ਚ ਵੰਡੇ ਹੋਏ ਨੇ, ਉਹ ਖੁਦ ਪਾਰਟੀਆਂ ਦੇ ਵਿੱਚ ਵੰਡੇ ਹੋਏ ਨੇ। ਜਦੋਂ ਉਹਨਾਂ ਨੂੰ ਕਹੋ ਨਾ ਕਿ ਮੈਂ ਇਸ ਮੁੱਦੇ 'ਤੇ ਗੱਲ ਕਰਨੀ ਹੈ, ਮੈਂ ਇੱਕ ਗੱਲ ਰੱਖੀ ਸੀ ਕਿ ਬੀਬੀਆਂ ਦੇ ਨਾਲ ਜਿਹੜੀਆਂ ਬੱਸਾਂ ਦੇ ਵਿੱਚ ਜਿਹੜਾ ਕੁਛ ਹੋ ਰਿਹਾ, ਇਹ ਗੱਲ ਠੀਕ ਹੈ। ਮੈਂ ਕੈਪਟਨ ਸਰਕਾਰ ਦੇ ਹੱਥ ਜੋੜ ਕੇ ਉਸ ਸ਼ਲਾਘਾ ਦੀ ਅੱਛਾ ਗੱਲ ਕਰਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਕਿਰਾਇਆ ਮਾਫ ਕੀਤਾ, ਕਿਉਂਕਿ ਬਹੁਤ ਜ਼ਰੂਰਤ ਵੀ ਸੀ, ਬਹੁਤ ਸਾਰੀ ਲੇਡੀਜ਼ ਨੂੰ ਜ਼ਰੂਰਤ ਸੀ ਵਾਕਿਆ ਦੇ ਵਿੱਚ। ਭਾਵੇਂ ਅੱਜ ਆਪਾਂ ਕਹੀਏ ਵੀ ਅਸੀਂ ਮੁਫਤ ਦਾ ਕੁਛ ਨਹੀਂ ਲੈਣਾ, ਭਾਵੇਂ ਅੱਜ ਅਸੀਂ ਕਹੀਏ ਵੀ ਅਸੀਂ ਮੁਫਤ, ਸਾਡੀ ਉਹੀ ਪ੍ਰੋਪਰਟੀ ਹੈ, ਪਬਲਿਕ ਪ੍ਰੋਪਰਟੀ ਹੈ ਬੱਸਾਂ, ਅਤੇ ਜੇ ਸਾਨੂੰ ਉਹਦੇ ਵਿੱਚ ਫ੍ਰੀ ਜਾਣ ਆਉਣ ਦਾ ਸਫ਼ਰ ਮਿਲਦਾ ਤਾਂ ਉਹ ਸਾਡਾ ਹੱਕ ਹੈ। ਅਤੇ ਜੇ ਕੈਪਟਨ ਸਰਕਾਰ ਨੇ ਕੀਤਾ ਤਾਂ ਉਹਦੇ ਲਈ ਉਹਦਾ ਧੰਨਵਾਦ ਵੀ ਹੈ, ਬਣਦਾ ਧੰਨਵਾਦ। ਬਟ ਉਦੋਂ ਬਾਅਦ ਜਿਹੜੀ ਕੰਡਕਟਰਾਂ ਦੀ ਸਿਖਲਾਈ ਨਹੀਂ ਸੀ, ਡਰਾਈਵਰਾਂ ਦੀ ਸਿਖਲਾਈ ਨਹੀਂ ਸੀ, ਅਤੇ ਉਹਨਾਂ ਨੇ ਜੋ ਬੀਬੀਆਂ ਨਾਲ ਵਰਤਾਓ ਕੀਤਾ ਉਹ ਅੱਜ ਤੱਕ ਵੀ ਹੋ ਰਿਹਾ ਵੈਸੇ, ਅਤੇ ਜੋ ਉਹਨਾਂ ਨੇ ਵਰਤਾਓ ਕੀਤਾ ਉਹ ਠੀਕ ਨਹੀਂ ਸੀ। ਮੈਂ ਉਹਦੇ 'ਤੇ ਬੋਲਣ ਵਾਸਤੇ ਆਪਦੇ ਮੀਡੀਆ ਚੈਨਲਾਂ ਦੇ ਕੁਛ ਆਪਣੇ ਭਰਾਵਾਂ ਨੂੰ ਫੋਨ ਕੀਤੇ, ਅਤੇ ਉਹ ਕਹਿੰਦੇ ਜੀ ਅਸੀਂ ਇਸ ਪਾਰਟੀ ਦੇ ਵਿਰੁੱਧ ਨਹੀਂ ਬੋਲ ਸਕਦੇ। ਸੋ ਅਤੇ ਕੁਛ ਮੀਡੀਆ ਵਾਲਿਆਂ ਨੇ ਤਾਂ ਆਪਣਾ ਬਾਈਕਾਟ ਕੀਤਾ ਹੋਇਆ ਕਿ ਇੱਕ ਇਕੱਲੀ ਕੁੜੀ ਆਵਾਜ਼ ਕਿਉਂ ਚੱਕਦੀ ਹੈ। ਪਹਿਲੀ ਤਾਂ ਇੱਕ ਇਕੱਲੀ ਕੁੜੀ ਧਰਨੇ 'ਤੇ ਕਿਉਂ ਆਈ, ਦੂਸਰੀ ਇਕੱਲੀ ਕੁੜੀ ਆਵਾਜ਼ ਕਿਉਂ ਚੱਕਦੀ। ਵਾਹ ਤੁਹਾਡੇ ਵਾਹ। ਅਤੇ ਮੇਰੀ ਆਵਾਜ਼ ਇਸ ਕਰਕੇ ਮੈਂ ਫੇਸਬੁੱਕ 'ਤੇ ਬੋਲਣਾ ਸ਼ੁਰੂ ਕੀਤਾ। ਤੁਸੀਂ ਦੇਖਿਆ ਹੋਣਾ ਮੈਂ ਫੇਸਬੁੱਕ 'ਤੇ ਹੁਣੇ ਬੋਲਣਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਮੈਂ ਸਟੇਜਾਂ 'ਤੇ ਬੋਲਦੀ ਸੀ, ਮੀਡੀਆ ਦੇ ਵਿੱਚ ਬੋਲ ਦਿੰਦੀ ਸੀ, ਅਤੇ ਮੀਡੀਆ ਨੇ ਮੇਰਾ ਬਾਈਕਾਟ ਕੀਤਾ ਹੋਇਆ ਟੋਟਲੀ ਕਿ ਇੱਕ ਇਕੱਲੀ ਕੁੜੀ ਦੀ ਆਵਾਜ਼ ਮਤਲਬ ਫੇਮਸ ਹੋ ਜੂਗੀ, ਤੁਸੀਂ ਸਮਝ ਗਏ। ਅਤੇ ਕੋਈ ਨਹੀਂ, ਫਿਰ ਕੀ ਹੋ ਗਿਆ, ਆਪਾਂ ਤਾਂ ਉਹਦੇ ਹੱਕਾਂ ਵਾਸਤੇ ਲੜਨਾ, ਭਾਵੇਂ ਕੁਛ ਵੀ ਕਰ ਲਓ, ਮੈਂ ਲੜਦੀ ਰਹੂੰਗੀ, ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਵਿਗਾੜਨਾ ਵਿਗਾੜ ਲਓ, ਤੁਸੀਂ ਆਪਦੀ ਡਿਊਟੀ ਕਰੋ, ਮੈਂ ਆਪਦੀ ਕਰ ਰਹੀ ਹਾਂ। ਤਾਂ ਉਹ ਨਾ ਵਾਲ ਵਿੰਗਾ ਕਰੇ ਕਿਸੇ ਦਾ, ਅਤੇ ਕਿਸੇ ਦੇ ਕਰਾਇਆ ਕੁਛ ਨਹੀਂ ਹੋਣਾ। ਤਾਂ ਇਹ ਮੈਨੂੰ ਪਤਾ ਕਿਹਨਾਂ ਨੇ ਮੇਰਾ ਬਾਈਕਾਟ ਕੀਤਾ ਅਤੇ ਕਿਹਨਾਂ ਨੇ ਕਰਵਾਇਆ। ਮੈਂ ਉਹਨਾਂ 'ਤੇ ਕੁਛ ਨਹੀਂ ਬੋਲਣਾ ਚਾਹੁੰਦੀ, ਅਤੇ ਉਹਨਾਂ ਨੂੰ ਖੁਦ ਵੀ ਪਤਾ ਹੋਊਗਾ, ਨਹੀਂ ਪਤਾ ਤਾਂ ਹੁਣ ਲੱਗ ਜਾਊਗਾ ਕਿ ਇੱਕ ਬੰਦੇ ਦੀ ਆਵਾਜ਼ ਤੁਸੀਂ ਦਬਾਉਣੇ ਹੋ। ਸੱਚ ਤਾਂ ਫੁੱਟ ਫੁੱਟ ਕੇ ਬਾਹਰ ਆਉਂਦਾ, ਇਹ ਗੱਲ ਯਾਦ ਰੱਖਿਓ ਮੇਰੀ। ਸੱਚ ਫੁੱਟ ਫੁੱਟ ਕੇ ਬਾਹਰ ਆਉਂਦਾ, ਅਤੇ ਸੱਚ ਜ਼ਿਆਦਾ ਦੇਰ ਤੱਕ ਅਗਰ ਟਿਕ ਜੇ ਨਾ, ਲਾਵੇ ਦੀ ਤਰ੍ਹਾਂ ਫਟ ਕੇ ਬਾਹਰ ਆਉਂਦਾ, ਧਰਤੀ ਫਾੜਦਾ ਉਹ ਫਿਰ। ਸੋ ਸਮੇਂ ਸਮੇਂ 'ਤੇ ਆਪਦੇ ਅੰਦਰਲੇ ਵਿਚਾਰਾਂ ਨੂੰ ਅਤੇ ਆਪਦੇ ਅੰਦਰਲੇ ਸੱਚ ਨੂੰ ਮੈਨੂੰ ਲੱਗਦਾ ਵੀ ਕੱਢਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਧਰਤੀ ਹਿੱਲ ਜਾਂਦੀ ਇੱਕ ਦਿਨ। ਇਹੋ ਜਿਹਾ ਤੁਸੀਂ ਕੰਮ ਕਰ ਦਿੰਦੇ ਹੋ। ਸੋ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋ। ਮੈਂ ਉਹਨਾਂ ਲੋਕਾਂ ਤੱਕ ਮੈਂ ਸੋਚਦੀ ਹਾਂ ਕਿ ਆਵਾਜ਼ ਪਹੁੰਚਾ ਹੀ ਦੇਵਾਂ ਜਿਹੜੇ ਲੋਕ ਮੇਰੀ ਆਵਾਜ਼ 'ਤੇ ਰੋਕ ਲਗਾਉਣਾ ਚਾਹੁੰਦੇ ਨੇ। ਕੁਛ ਕਹਿੰਦੇ ਵੀ ਤੂੰ ਖਾਲਸੇ ਦੇ ਰਾਜ ਦੀ ਕਿਉਂ ਗੱਲ ਕਰਦੀ, ਕਿਉਂ ਨਾ ਕਰੀਏ, ਸਾਡਾ ਆਪਦਾ ਰਾਜ ਹੈ,
ਆਪਦਾ ਰਾਜ 1849 ਦੇ ਵਿੱਚ ਜਦੋਂ ਸੰਧੀ ਹੁੰਦੀ ਹੈ ਅੰਗਰੇਜ਼ਾਂ ਦੇ ਨਾਲ, ਉਦੋਂ ਖੁੱਸਦਾ ਸਾਡਾ ਰਾਜ, ਖਾਲਸਾ ਰਾਜ। ਅੰਗਰੇਜ਼ਾਂ ਤੋਂ ਖੁੱਸਦਾ ਸਾਡਾ ਖਾਲਸਾ ਰਾਜ। ਤਾਂ ਫਿਰ ਕੁਛ ਦਿਨ ਪਹਿਲਾਂ ਹੀ ਤਾਂ ਸਾਡੇ ਤੋਂ ਰਾਜ ਹੱਥੋਂ ਗਿਆ ਹੈ। ਅਤੇ ਜੇ ਅੱਜ ਅਸੀਂ ਉਸੇ ਰਾਜ ਦੀ ਵਾਪਸ ਗੱਲ ਕਰਦੇ ਹਾਂ, ਜੇ ਉਹਦੇ 'ਚ ਚੰਗਿਆਈ ਸੀ ਤਾਂ ਹੀ ਤਾਂ ਗੱਲ ਕਰਦੇ ਹਾਂ, ਉਹਦੇ 'ਚ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਸੀ ਤਾਂ ਹੀ ਉਹਦੀ ਗੱਲ ਕਰਦੇ ਹਾਂ, ਪਿਓਰਿਟੀ ਸੀ, ਕਰਪਸ਼ਨ ਨਹੀਂ ਸੀ ਤਾਂ ਹੀ ਉਹਦੀ ਗੱਲ ਕਰਦੇ ਹਾਂ। ਖਾਲਸ ਮੀਨਸ ਪਿਓਰਿਟੀ, ਪਿਓਰਿਟੀ ਇਨ ਐਡਮਿਨਿਸਟ੍ਰੇਸ਼ਨ, ਪਿਓਰਿਟੀ ਇਨ ਗਵਰਨਮੈਂਟ, ਪਿਓਰਿਟੀ ਇਨ ਇਲੈਕਸ਼ਨ, ਪਿਓਰਿਟੀ ਇਨ ਇੰਪਲੋਇਮੈਂਟ, एवरीवेयर प्योरिटी। प्योरिटी मतलब खालस, खालस प्योर, जो है वही है, जो सच है वही है। सो ਇਹੋ ਜਿਹੇ ਰਾਜ, ਇਹੋ ਜਿਹੀ ਸਰਕਾਰ ਕਿਹਨੂੰ ਨਹੀਂ ਚਾਹੀਦੀ ਜਿਹਦੇ ਵਿੱਚ ਦੱਬੇ ਕੁਚਲੇ ਲੋਕਾਂ ਦੀ ਗੱਲ ਹੁੰਦੀ ਹੋਵੇ, ਮਾਨਵਤਾ ਦੀ ਗੱਲ ਹੁੰਦੀ ਹੋਵੇ, ਮਨੁੱਖਾਂ ਦੇ ਅਧਿਕਾਰਾਂ ਦੀ ਰੱਖਿਆ ਹੁੰਦੀ ਹੋਵੇ ਅਤੇ ਮਨੁੱਖਾਂ ਨੂੰ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੋਵੇ। ਇਹੋ ਜਿਹਾ ਰਾਜ ਕਿਹਨੂੰ ਨਹੀਂ ਚਾਹੀਦਾ ਹੋਏਗਾ। ਇਹੋ ਜਿਹਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ, ਸੋ ਸਾਨੂੰ ਫਿਰ ਚਾਹੀਦਾ ਵਾਪਸ। ਅਸੀਂ ਗੱਲ ਕਰਾਂਗੇ। ਅਤੇ ਕੁਛ ਲੋਕ ਇਸ ਕਰਕੇ ਵਿਰੋਧ ਕਰਦੇ ਨੇ ਕਿ ਤੁਸੀਂ ਔਰਤਾਂ ਦੀ ਗੱਲ ਜ਼ਿਆਦਾ ਕਰਦੇ ਹੋ। ਵਾਓ, ਬੀਇੰਗ ਏ ਔਰਤ, ਜੋ ਚੀਜ਼ ਮੈਨੂੰ ਮਹਿਸੂਸ ਹੁੰਦੀ, ਹੁਣ ਮੈਂ ਇੱਕ ਲੜਕੀ ਹਾਂ, ਮੈਨੂੰ ਅਗਰ ਕੋਈ ਚੀਜ਼ ਮਹਿਸੂਸ ਹੁੰਦੀ, ਗਲਤ ਕੁਛ ਹੁੰਦਾ ਤਾਂ ਮੈਨੂੰ ਮਹਿਸੂਸ ਹੁੰਦਾ, ਕਿਸੇ ਨਾਲ ਰੇਪ ਹੁੰਦਾ ਤਾਂ ਮੈਂ ਕਿਵੇਂ ਰਾਤ ਨੂੰ ਬਰਦਾਸ਼ਤ ਕਰਦੀ ਹਾਂ, ਮੈਨੂੰ ਪਤਾ ਹੈ। ਮੈਂ ਉਹਦੇ 'ਤੇ ਕਿੰਨਾ ਸੋਚਦੀ ਹਾਂ ਅਤੇ ਕੀ ਹੋ ਜਾਣਾ ਚਾਹੀਦਾ, ਕਿਵੇਂ ਹੋ ਸਕਦਾ ਇਹਦਾ ਹੱਲ। ਸੰਸਦ ਵਿੱਚ ਜਾ ਕੇ ਕਾਨੂੰਨ ਬਣਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੋ ਸਕਦਾ। ਕਾਨੂੰਨ ਭਾਵੇਂ ਰੇਪ 'ਤੇ ਸਾਡੇ ਕੋਲ ਹੈਗੇ ਨੇ, ਬਟ ਮਸ਼ੀਨਰੀ ਐਵੇਂ ਦੀ ਹੈ ਨਹੀਂ ਜਿਹੜੀ ਉਹਨੂੰ ਐਕਟੀਵੇਟ ਕਰ ਸਕੇ। ਸਾਡੇ ਕੋਲ ਐਵੇਂ ਦੀ ਮਸ਼ੀਨਰੀ ਨਹੀਂ ਗੀ, ਮਸ਼ੀਨਰੀ ਚੇਂਜ ਕਰਨੀ ਪਏਗੀ। ਇਹਦਾ ਮਤਲਬ ਪੂਰਾ ਦਾ ਪੂਰਾ ਟੋਟਲੀ ਸਿਸਟਮ ਹੈ ਜਿਹੜਾ, ਸਾਨੂੰ ਉਹ ਚੇਂਜ ਕਰਨਾ ਪਊਗਾ। ਉਹ ਪੂਰਾ ਦਾ ਪੂਰਾ ਟੋਟਲੀ ਸਿਸਟਮ ਹੈ ਜਿਹੜਾ, ਉਹੀ ਚੇਂਜ ਕਰਨਾ ਪਊਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ, ਫਿਊਚਰ ਦੇ ਵਿੱਚ ਗਰੀਬ ਤਖਤ 'ਤੇ ਹੋਣਗੇ, ਮਜ਼ਦੂਰ ਤਖਤ 'ਤੇ ਹੋਣਗੇ, ਦੱਬੇ ਕੁਚਲੇ ਲੋਕ ਤਖਤ 'ਤੇ ਹੋਣਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਸਮਾਂ ਗੱਲ ਸੁਣੀ। ਬਟ ਮੇਰੀ ਬੇਨਤੀ ਹੈ, ਤੁਸੀਂ ਜੇ ਸ਼ੇਅਰ ਕਰ ਸਕਦੇ ਹੋ ਨਾ, ਤੁਸੀਂ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੀ ਸਾਰਿਆਂ ਅੱਗੇ ਬੇਨਤੀ ਆ, ਇਸ ਲਾਈਵ ਨੂੰ ਸ਼ੇਅਰ ਕਰ ਦਿਓ। ਸਰਕਾਰ ਦੇ ਜਿਹੜੇ ਇਹ ਖਿੱਦੋ, ਹਜੇ ਮੈਂ ਫਰੋਲਣਾ, ਹਜੇ ਖਿੱਦੋ ਜਿਹੜਾ ਨਾ, ਖਿੱਦੋ ਉਹ ਤਾਂ ਹਜੇ ਫਰੋਲਣਾ, ਇਹ ਤਾਂ ਮੈਂ ਹਜੇ ਦੱਸਿਆ ਵੀ ਖਿੱਦੋ ਹੈ, ਉਹਦੇ ਵਿੱਚ ਕੀ ਆ ਹਜੇ ਨਹੀਂ ਦੱਸਿਆ। ਅਤੇ ਮੈਂ ਕਿਸੇ ਦਿਨ ਜਦੋਂ ਖਿੱਦੋ ਫਰੋਲਿਆ ਨਾ, ਤਾਂ ਉਸ ਦਿਨ ਲਾਈਵ ਕਰਕੇ ਨਹੀਂ, ਉਸ ਦਿਨ ਸਾਰਿਆਂ ਦੇ ਸਾਹਮਣੇ ਨੈਸ਼ਨਲ ਸਟੇਜ 'ਤੇ ਖਿੱਦੋ ਫਰੋਲਾਂਗੇ ਇਹਨਾਂ ਦੀ, ਕਿਸੇ ਨੈਸ਼ਨਲ ਮੀਡੀਆ ਦੇ ਸਾਹਮਣੇ। ਅਤੇ ਫਿਰ ਖਿੱਦੋ ਫਰੋਲੇ ਜਾਣਗੇ, ਫਿਰ ਪਤਾ ਲੱਗੂਗਾ ਕਿ ਵਿੱਚ ਕੀ ਨਿਕਲਿਆ ਖਿੱਦੋ ਦੇ। ਫਿਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਦੇਖ ਕੇ ਹੈਰਾਨ ਹੋ ਜਾਓਗੇ ਕਿ ਖਿੱਦੋ ਦੇ ਵਿੱਚ ਕੀ, ਦੇਖਣ 'ਚ ਇੰਨਾ ਸੁੰਦਰ ਖਿੱਦੋ। ਖਿੱਦੋ ਮਤਲਬ ਬੋਲ ਜਿਹੜੀ ਕੱਪੜੇ ਨਾਲ ਬਣਾਈ ਹੁੰਦੀ, ਵਿੱਚ ਲੀਰਾਂ ਹੁੰਦੀਆਂ ਨੇ, ਲੀਰਾਂ ਭਰ ਕੇ ਖਿੱਦੋ ਬਣਾਉਂਦੇ ਹਾਂ। ਸਾਡੀਆਂ ਹੀ ਲੀਰਾਂ ਮੰਜਿਆਂ ਦੀਆਂ, ਸਾਡੇ ਹੀ ਵਾਣ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਵੈਰੀ ਮਚ ਸਿਮਰਨਜੀਤ ਸਿੰਘ, ਥੈਂਕ ਯੂ। ਕਰ ਦਿਓ ਸ਼ੇਅਰ, ਜ਼ਰੂਰ ਕਰਿਓ। ਸੁਣ ਕੇ ਪਹਿਲਾਂ ਸੁਣ ਲਿਓ, ਜੇ ਵਧੀਆ ਲੱਗਿਆ ਤਾਂ ਕਰਿਓ। ਜੇ ਤੁਹਾਨੂੰ ਲੱਗਦਾ ਵੀ ਖਰਾਬ ਬੋਲਿਆ ਫਿਰ ਨਾ ਕਰਿਓ। ਬਟ ਮੈਨੂੰ ਲੱਗਦਾ ਵੀ ਜੇ ਤੁਸੀਂ ਸ਼ੇਅਰ ਕਰ ਦਿਓ ਨਾ, ਤਾਂ ਸਾਡੀ ਆਵਾਜ਼ ਪਹੁੰਚ ਸਕਦੀ ਹੈ, ਕਿਤੇ ਤੱਕ ਤਾਂ ਪਹੁੰਚੂਗੀ। 4 ਲੋਕਾਂ ਤੱਕ ਵੀ ਪਹੁੰਚ ਜੇ, 10 ਲੋਕਾਂ ਤੱਕ ਵੀ ਪਹੁੰਚ ਜੇ, ਅੱਗੇ ਦੀ ਅੱਗੇ ਪਹੁੰਚੇ। ਕੁਛ ਲੋਕ ਨੌਜਵਾਨ ਅੱਗੇ ਆਉਣ, ਪੰਜਾਬ ਦੀ ਇੱਕ ਟੀਮ ਬਣੇ, ਭਾਰਤ ਦੀ, ਪੰਜਾਬ ਦੀ ਕਿਉਂ, ਵਿੱਚ ਭਾਰਤ ਦੀ ਇੱਕ ਟੀਮ ਬਣੇ ਜਿਹੜੀ ਇਹਨਾਂ ਸਾਰੇ ਸਿਸਟਮਾਂ ਨੂੰ ਨਾ ਸਹੀ ਕਰਦੇ, ਪਿਓਰ ਕਰਦੇ। ਇਹ ਨਹੀਂ ਵੀ ਇੱਕ ਆਮ ਆਦਮੀ ਪਾਰਟੀ ਦੀ ਤਰ੍ਹਾਂ ਆ ਜੇ ਇੱਕ ਪਾਰਟੀ ਜਿਹੜੀ ਉਹਨਾਂ ਦੇ ਬੰਦੇ ਲੈ ਕੇ ਧੋ ਦਿੰਦੀ, ਵੀ ਕਾਲਿਆਂ ਦੇ ਵਿੱਚੋਂ ਬੰਦੇ ਧੋ ਥੋੜ੍ਹੀ ਸਕਦੇ ਨੇ। ਜਿਹਨੇ ਉੱਥੇ ਕਰਪਸ਼ਨ ਕੀਤੀ ਉਹ ਇੱਧਰ ਆ ਕੇ ਵੀ ਕਰੂਗਾ, ਜਿਹਨੇ ਉੱਥੇ ਕੁਛ ਗਲਤ ਕੀਤਾ ਮੇ ਵੀ ਇੱਧਰ ਆ ਕੇ ਵੀ ਕਰੇ।
मे भी नहीं सच ही हुंदा ये कि जिन्हें करप्शन जिहदी आदत हो जाती है ना करप्शन करन दी वो करदा भावें उन्होंने किहड़ी मर्जी पार्टी च लै जाओ भावें उन्होंने किहड़े मर्जी धर्म च लै जाओ जिहड़े मर्जी फिरके च लै जाओ जिथे मर्जी उन्होंने बिठा दो उन्हें माड़ी नीत वाले बंदे ने तो माड़े काम करने ही करने भावें उन्होंने किते भी लै जाओ तो चंगी नीयत वाले ने चंगे काम करना नहीं छड्डना भावें उन्होंने नरक च भी लै जाओ। सो भावें इस टाइम मेरी पोजीशन कित्थे भी है साडी ये मीडिया ने पहुँचाई जां इन्हें ने बट फिर भी आपकी आवाज़ बुलंद कराई मैं डरन का समा नहीं बोलन का समा लोकतंत्र दे विच सानूं अधिकार हुंदा बोलन दा नाले साडा भारती संविधान जिहड़ा अंबेदकर जी ने बनाया सी उहदे विच सानूं अधिकार है आर्टिकल 19 सानूं अधिकार दिंदा असीं धरना लाइए प्रोटेस्ट करिए इकट्ठे बैठ के कोई सम्मेलन करिए कोई कॉन्फ्रेंस करिए राइट टू स्पीक सानूं बोलण दा अधिकार दिंदा आर्टिकल 19 कि असीं बोलीए ते आर्टिकल 32 सानूं साडे अधिकार जिन्ने भी अधिकार ने ह्यूमन राइट्स ने उन्हां दी रक्षा दे लई असीं कोर्ट दे विच जा सकदे हां कि साडे नाल आ गलत वापरिया कोर्ट फिर जस्टिस करदी। सो तुहाडे सारिਆਂ ਦਾ बहुत बहुत धन्यवाद। दीप वीर जी होना है वीरे मेरा बहुत वधिया हाल है 26 ਨੂੰ ਜਾਵਾਂਗੇ ਆਪਾਂ ਵੀ संसद प्रैक्टिस जी कर लिए मैं क्या एक संसद घरे चला लिए लाइव जगजीत टिवाणा कनेडा थैंक यू वेरी मच जी थैंक यू धन्यवाद तुहाडा बहुत। बट मैं सारिਆਂ ਨੂੰ एक बेनती जरूर करूँगी जे तुसीं कबूल करोगे तो यह वीडियो जरूर शेयर कर दिया करो भावें कनेडा होवे भावें होवे अमेरिका तो साडे जिहड़े दर्दी लोग ने जिहड़े साडे दर्द रखते हैं उन्हां तक साडी वीडियो पहुँचनी चाहिए है जां जिहड़े समझ रखते हैं कि इस तरह इस तरीके नाल आपां काम इधर नूं इस तरीके नाल कर सकते हैं सिस्टम सुधार सकते हैं किवें की बदल सकते हैं। जिवें हुण चड़ूनी साहब ने कहा कि राजनीतिक बदलाव सानूं लियाउणा पऊगा तो मैनूं लगदा गलत तो नहीं किया उन्होंने मैं उन्हां दी इस गल नाल हामी भरदी हां विचारधारा दा वखरेवां जरूर हो सकदा है बट राजनीतिक बदलाव जरूरी है देश दे विच। आर्थिक बदलाव किवें आएगा जो राजनीतिक बदलाव ही नहीं आएगा उन्होंने ही मैंबरां ने जाके उत्थे बिल बनाने ने उन्होंने क्योंकि कानून पार्लीमेंट बनाउंदे ना आर्थिक नीतियां कित्थों बनदियां ने जिहड़े साडे आर्थिक बिल जिहड़े बनिया जिहड़ा ये कित्थों बनिया पार्लीमेंट तो बनिया पार्लीमेंट दे विच जे साडे किसान भाई हुंदे तां ओहदी नहीं फड़ लैंदे इन्हां दी गलती ते ओहदी ना पास ही नहीं होण देना सी उन्होंने इहो ਜਿਹੇ कानून जां मजदूरां दे अगेंस्ट जिहड़े 4 कानून जिहड़े मजदूरां दे 4 लॉ पास होए ने वो तो जमा ही मारू कानून ने बाहले मारू ने मजदूरां नूं भी हुण बाहर आ जाना चाहिए तां वो जिहड़े 4 कानून वो किसानां दे कानूनां तो भी मारू कानून ते ये जे मजदूर उत्थे हुंदे साडे एक मैजोरिटी लेवल ते हुंदे एक प्रैशर क्रिएट करदे तां किवें बनदे ये कानून। इस करके कोलेशन गौरमेंट जिहड़ी हुंदी है ना कोलेशन गौरमेंट ये तो आपां इहनूं पूर्ण बहुमत इहदे कोले फुल मैजोरिटी जिन्हों आपां कहने हैं इस करके ये नचदी है अज ये सरकार क्यों नचदी है साडे सिर ते क्योंकि इहदे कोल फुल मैजोरिटी दित्ती असीं। अदरवाइज जिहड़ी जे असीं कोलेशन गौरमेंट हुंदी ना हुण तां इस मुद्दे ते गौरमेंट टुट जांदी किसानी बिल्लां ते मजदूरां दे बिल्लां ते क्योंकि साडे मजदूर भी विच हुंदे ते कांग्रेस जां कोई भी जिहड़ी साडी ओपोजिशन च पार्टी हुंदी वो जरूर इस चीज़ का विरोध करदी ते हुण जिहड़ा करदे पए ने सिंगल बंदे कल्ले ये फिर एक ग्रुप दे विच करदे तां प्रैशर ग्रुप्स भी देश दे विच होने चाहिए ने। साडा स्टूडेंट्स दा प्रैशर ग्रुप तां इन्हां ने डैड करता इस सरकार ने बीजेपी दी सरकार ने स्टूडेंट तां करोना ने कुछ होने नहीं दिता
ਇੱਕ ਤਾਂ ਸਾਡੇ ਜਿਹੜੇ ਆਰਗੇਨਾਈਜੇਸ਼ਨਾਂ ਨੇ, ਟ੍ਰੇਡ ਆਰਗੇਨਾਈਜੇਸ਼ਨ ਨੇ ਜਾਂ ਜਿਹੜੀਆਂ ਵੀ ਸਾਡੀਆਂ ਮਜ਼ਦੂਰ ਦੀਆਂ ਆਰਗੇਨਾਈਜੇਸ਼ਨਾਂ ਨੇ, ਉਹ ਵੀ ਪ੍ਰੈਸ਼ਰ ਉਹਨਾਂ ਦਾ ਵੀ ਹੈ ਨਹੀਂ, ਪ੍ਰੈਸ਼ਰ ਗਰੁੱਪ ਹੀ ਹੈ ਨਹੀਂ ਮੇਰੇ ਦੇਸ਼ ਦੇ ਵਿੱਚ। ਡੈਮੋਕ੍ਰੇਸੀ ਦੇ ਵਿੱਚ ਜਦੋਂ ਪ੍ਰੈਸ਼ਰ ਗਰੁੱਪਸ ਨਹੀਂ ਹੁੰਦੇ ਤਾਂ ਉਦੋਂ ਦੇਸ਼ ਦੀ ਜਿਹੜੀ ਰਾਜਨੀਤਿਕ ਅਤੇ ਆਰਥਿਕ ਹਾਲਤ ਹੁੰਦੀ ਉਹ ਮੰਦੀ ਹੋ ਜਾਂਦੀ। ਤਾਂ ਇਸ ਕਰਕੇ ਸਾਨੂੰ ਜਿਹੜੀ ਕੋਲੇਸ਼ਨ ਗੌਰਮੈਂਟ ਦੀ ਮੈਂ ਗੱਲ ਕਰਦੀ ਸੀ, ਗਠਬੰਧਨ ਸਰਕਾਰ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ, ਜਿਹੜੀ ਗਠਬੰਧਨ ਦੀ ਸਰਕਾਰ ਜੇ ਹੁੰਦੀ ਇਸ ਟਾਈਮ ਤਾਂ ਟੁੱਟ ਜਾਣੀ ਸੀ। ਇਸ ਕਰਕੇ ਸਾਨੂੰ ਜਦੋਂ ਵੀ ਹੁਣ ਅਸੀਂ ਵੋਟਾਂ ਪਾਉਣੀਆਂ ਨੇ, ਕਿਸੇ ਦੇਖ ਕੇ ਪਾਉਣੀਆਂ ਨੇ। ਇਹ ਕਮ ਸੇ ਕਮ ਇੱਕ ਸਾਡਾ ਓਪੋਜੀਸ਼ਨ ਹੀ ਕੋਈ ਨਹੀਂ ਹੈਗਾ ਦੇਸ਼ ਦੇ ਵਿੱਚ, ਸਾਡੀ ਓਪੋਜੀਸ਼ਨ ਪਾਰਟੀ ਹੋਈ ਨਹੀਂ। 44 ਸੀਟਸ ਨੇ ਉਹਦੇ ਕੋਲ, ਓਪੋਜੀਸ਼ਨ ਦੀ ਪਾਰਟੀ ਕੋਲ, ਅਤੇ ਇਹਨਾਂ ਕੋਲ 303 ਸੀਟਾਂ ਨੇ, ਤਾਂ ਫੁੱਲ ਮੈਜੋਰਟੀ ਹੈ। ਅਤੇ ਕੋਈ ਓਪੋਜੀਸ਼ਨ ਦਾ ਵੀ ਕੋਈ, ਅਸੀਂ ਜੇ ਓਪੋਜੀਸ਼ਨ ਨੂੰ ਵੀ ਕਾਫੀ ਸੀਟਾਂ ਦੇ ਦਿੰਦੇ ਨਾ, ਤਾਂ ਫਿਰ ਤਾਂ ਕੁਛ ਵੀ ਫੈਸਲਾ ਸਾਡੇ ਵਿਚਕਾਰ ਹੁੰਦਾ, ਕੁਛ ਹੁੰਦਾ। ਅਸੀਂ ਬੜੀਆਂ ਗਲਤੀਆਂ ਕੀਤੀਆਂ ਨੇ ਪਿਛਲੇ ਸਮੇਂ ਦੌਰਾਨ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ। ਤਾਂ ਜਿਹਨੂੰ ਵੀ ਵੀਡੀਓ ਬਹੁਤ ਲੰਬੀ ਬਣਾਈ ਆ ਮੈਂ, ਜਿਹਨੂੰ ਵੀ ਠੀਕ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।